रहमतुल्लाह अलैह। बाबा फरीद गंज शकर रहमतुल्लाह अलैह ਜਿਹੜੇ ਹੈਗੇ ਨੇ ਨਾ, ਉਹ ਨਾ ਕਿ ਸਿਰਫ ਇੱਕ ਅੱਛੇ ਸ਼ਾਇਰ ਨੇ, ਬਲਕਿ ਇਹ ਪੰਜਾਬੀ ਜ਼ੁਬਾਨ ਦੇ ਸਭ ਤੋਂ ਪਹਿਲੇ ਸ਼ਾਇਰ ਵੀ ਹੋਏ ਨੇ, ਬਾਬਾ ਫਰੀਦ ਗੰਜ ਸ਼कर रहमतुल्लाह अलैह। ਠੀਕ ਹੈ, ਸਭ ਤੋਂ ਪਹਿਲੇ ਹੁਣ ਸਭ ਤੋਂ ਪਹਿਲਾ ਕੁਐਸਚਨ ਇਹ ਹੁੰਦਾ ਵੇ, ਸਭ ਤੋਂ ਪਹਿਲਾ ਕੁਐਸਚਨ ਹਮੇਸ਼ਾ ਆਂਦਾ ਵੀ ਕਲਾਸਿਕ ਸ਼ਾਇਰੀ ਤੋਂ ਵੇ, ਤੇ ਕੁਐਸਚਨ ਕਿਵੇਂ ਆ ਸਕਦਾ ਵੇ? ਉਹ ਤੁਹਾਨੂੰ ਇਹ ਵੀ ਕਹਿ ਸਕਦਾ ਵੇ ਕਿ ਬਾਬਾ ਫਰੀਦ ਗੰਜ ਸ਼कर रहमतुल्लाह अलैह ਅਹਿਲਾਕ ਦੇ ਇੱਕ ਆਲਾ ਮਰਤਬੇ ਤੇ ਫਾਇਜ਼ ਸਨ। ਆਪਣੇ ਤੁਹਾਡਾ ਕੀ ਇਸ ਬਾਰੇ ਖਿਆਲ ਹੈ, ਵਜ਼ਾਹਤ ਕਰੋ। ਠੀਕ ਹੈ, ਜਾਂ ਫਿਰ ਅੱਗੇ ਆ ਜਾਂਦਾ ਕਾਫੀਆ ਸ਼ਾਹ ਹੁਸੈਨ ਵੀ ਇੱਕ ਪੰਜਾਬੀ ਸ਼ਾਇਰ ਨੇ, ਇਹਨਾਂ ਦੇ ਬਾਰੇ ਚ ਵੀ ਇੰਜ ਆ ਸਕਦਾ ਵੇ ਕਿ ਸ਼ਾਹ ਹੁਸੈਨ रहमतुल्लाह अलैह ਦੀ ਕਲਾਮ ਸੁਣ ਕੇ ਅੰਦਰ ਦੇ ਦਿਲ ਦਾ ਕੁਫਰ ਟੁੱਟ ਜਾਂਦਾ ਵੇ, ਤੁਸੀਂ ਇਹਦੀ ਵਜ਼ਾਹਤ ਬਿਆਨ ਕਰੋ। ਠੀਕ ਹੈ, ਵਜ਼ਾਹਤ ਕਰੋ ਇਹਦੀ। ਐਸੇ ਤਰੀਕੇ ਦੇ ਨਾਲ ਸੀ ਹਰਫ ਸੁਲਤਾਨ ਬਾਹੂ ਵੀ ਆਈ ਜਾਂਦੇ ਨੇ, ਬਾਬਾ ਬੁੱਲੇ ਸ਼ਾਹ ਵੀ ਆਈ ਜਾਂਦੇ ਨੇ। ਹੁਣ ਜਿਹੜੀ ਗੱਲ ਆਈ ਜਾਂਦੀ ਨਾ ਹੀਰ ਤੇ ਸੈਫੁਲ ਮਲੂਕ ਦੀ, ਠੀਕ ਹੈ, ਹੀਰ ਜਿਹੜਾ ਹੈਗਾ ਵਾਰਿਸ ਸ਼ਾਹ ਦਾ ਕਲਾਮ, ਇਹ ਹੀਰ ਸਿਰਫ ਹਾਲੀ ਵਾਰਿਸ ਸ਼ਾਹ ਨੇ ਨਹੀਂ ਇਹਦੇ ਤੇ ਕੰਮ ਕੀਤਾ ਆ, ਮਜ਼ੀਦ ਸ਼ਾਇਰ ਨੇ ਵੀ ਕੀਤਾ ਹੈ, ਲੇਕਿਨ ਅਸੀਂ ਸਿਰਫ ਵਾਰਿਸ ਸ਼ਾਹ ਨੂੰ ਪੜ੍ਹਨਾ ਕਿਉਂਕਿ ਸਾਡੇ ਸਿਲੇਬਸ ਵਿੱਚ ਵਾਰਿਸ ਸ਼ਾਹ ਵਾਜ਼ੀਆ ਲਿਖਿਆ ਹੋਇਆ। ਠੀਕ ਹੈ, ਤੇ ਉਸ ਤੋਂ ਬਾਅਦ ਇਹਨੇ ਸੈਫੁਲ ਮਲੂਕ ਮੀਆਂ ਮੁਹੰਮਦ ਬਖਸ਼ ਸਾਹਿਬ ਦਾ ਕਲਾਮ ਹੈ, ਜਿਹਦੇ ਵਿੱਚ ਇੱਕ ਪੂਰਾ ਕਿੱਸਾ ਸ਼ਾਮਿਲ ਹੈ। ਜਦੋਂ ਅਸੀਂ ਇਹਦੇ ਤੇ ਪਹੁੰਚਾਂਗੇ ਤੁਹਾਨੂੰ ਮੈਂ ਇਹਦੀ ਮਜ਼ੀਦ ਤਫਸੀਲ ਦੱਸਾਂਗਾ। ਸੈਫੁਲ ਮਲੂਕ ਇੱਕ ਕਹਾਣੀ ਹੈ ਜਿਹਦੇ ਤੋਂ ਸਾਨੂੰ ਸਿੱਖਣ ਨੂੰ ਕੀ ਮਿਲਦਾ ਹੈ। ਇੱਕ ਅੱਜ ਦੀ ਕਹਾਣੀ ਹੈ ਜਿਹਨੂੰ ਕਹਿੰਦੇ ਨੇ ਨਾ ਇੱਕ ਖੁਦ ਤੋਂ ਬਣਾਈ ਹੋਈ ਕਹਾਣੀ, ਇਹ ਹਕੀਕਤੀ ਕਹਾਣੀ ਤੇ ਮੁਬੰਨੀ ਨਹੀਂ ਹੈ, ਲੇਕਿਨ ਇਹ ਖੁਦ ਤੋਂ ਬਣਾਈ ਹੋਈ ਕਹਾਣੀ ਹੈ ਜਿਹਦੇ ਜ਼ਰੀਏ ਇਨਸਾਨ ਨੂੰ ਬਹੁਤ ਜੀ ਚੀਜ਼ਾਂ ਨੂੰ ਸਿੱਖਣ ਨੂੰ ਮਿਲਦੀਆਂ ਨੇ। ਠੀਕ ਹੈ, ਹੁਣ ਇਹ ਜਿਹੜੀ ਕਲਾਸਿਕ ਸ਼ਾਇਰੀ ਨਾ ਬੱਚੋ, ਇਹਦੇ ਵਿੱਚ ਤੁਹਾਨੂੰ ਸ਼ੇਰ ਯਾਦ ਕਰਨੇ ਪੈਣਗੇ। ਸ਼ੇਰ ਯਾਦ ਕੀਏ ਬਗੈਰ ਤੁਹਾਨੂੰ ਗੁਜ਼ਾਰਾ ਨਹੀਂ ਹੋਏਗਾ। ਠੀਕ ਹੈ, ਕਮ ਅਜ਼ ਕਮ ਇੱਕ ਕੁਐਸਚਨ ਦੇ ਅੰਦਰ 7 ਤੋਂ 8 ਜੇ ਤੁਹਾਨੂੰ ਨਾ ਸ਼ੇਰ ਲਾਜ਼ਮੀ ਯਾਦ ਹੋਣੇ ਚਾਹੀਦੇ ਨੇ। ਬਜ਼ਾਹਿਰ ਲਿਖਿਆ ਹੋਇਆ ਕਿ 15 ਨੰਬਰ ਹੈ, ਲੇਕਿਨ ਅਕੋਰਡਿੰਗ ਟੂ ਨਿਊ CSS ਐਗਜ਼ਾਮ ਇਹਦੇ ਵਿੱਚੋਂ ਕਮ ਅਜ਼ ਕਮ ਤੁਹਾਡੇ 2 ਕੁਐਸਚਨ ਬਣਨਗੇ, 14 ਦੇ ਜਾਂ 16 ਦੇ। ਉਹ ਪੇਪਰ ਪਰਚਾ ਬਣਾਉਣ ਬਰਹਾਲ ਨਾ ਮੈਂ ਤੁਹਾਨੂੰ ਇਹਦੇ ਤੇ ਡੈਮੋ ਵੀ ਦਿਖਾਣਾ ਵਾ ਕਿ ਸਵਾਲ ਕੈਸਾ ਆਇਆ ਤੇ ਕੈਸਾ ਅਟੈਂਪਟ ਕਰਨਾ ਹੈ। ਠੀਕ ਹੈ, ਉਸ ਤੋਂ ਇਲਾਵਾ ਬਾਅਦ ਵਿੱਚ ਚਾਹੀਦੀ ਜਦੀਦ ਸ਼ਾਇਰੀ। 30% ਤੁਹਾਡੀ ਕਲਾਸਿਕ ਸ਼ਾਇਰੀ ਹੈ, 30% ਤੁਹਾਡੀ ਜਦੀਦ ਸ਼ਾਇਰੀ ਹੈ। ਜਦੀਦ ਸ਼ਾਇਰੀ ਬਹੁਤ ਹੀ ਆਸਾਨ ਸ਼ਾਇਰੀ ਹੈ ਤੇ ਬਹੁਤ ਹੀ ਮਜ਼ੇਦਾਰ ਸ਼ਾਇਰੀ ਹੈ। ਬੱਚੋ ਪੰਜਾਬੀ ਦਾ ਪੂਰਾ ਕੋਰਸ ਜਿਹੜਾ ਨਾ ਤੁਹਾਡਾ, ਉਹ ਤੁਹਾਡੇ ਸ਼ੇਰਾਂ ਦੇ ਯਾਦ ਕਰਨ ਤੇ ਡਿਪੈਂਡ ਕਰਦਾ ਹੈ। ਸ਼ੇਰ ਜ਼ਰਾ ਮੁਸ਼ਕਿਲ ਨਹੀਂ ਹੈ, ਤੁਸੀਂ ਯਕੀਨ ਕਰੋ, ਤੁਸੀਂ ਰੋਜ਼ ਦੇ ਰੋਜ਼ ਇੱਕ ਸ਼ਾਇਰ ਦੇ ਵੀ ਸ਼ੇਰ ਯਾਦ ਕਰ ਲਓ ਨਾ 6 ਤੋਂ 7, ਉਹ ਤੁਹਾਡੇ ਮੈਕਸਿਮਮ ਮਾਰਕਸ ਆਰਾਮ ਨਾਲ ਆ ਸਕਦੇ ਨੇ। ਤੁਸੀਂ ਸਕੂਨ ਨਾਲ ਇਹਨੂੰ 1.5-2 ਮਹੀਨੇ ਦੇ ਅੰਦਰ ਪ੍ਰਿਪੇਅਰ ਕਰ ਸਕਦੇ ਹੋ। ਠੀਕ ਹੈ, ਜਦੀਦ ਸ਼ਾਇਰੀ ਚਾਹੋ ਤੇ ਤਰੰਜਨ, ਕੱਚੇ ਗੜੇ, ਕੁਲ ਕਲਾਮ, ਮਵਾਤੇ, ਪੀਰ ਫਜ਼ਲ ਗੁਜਰਾਤੀ ਸਾਹਿਬ ਦਾ ਕਲਾਮ ਹੈ ਤੇ ਬਲਦਾ ਸ਼ਹਿਰ ਸ਼ੇਖ ਸਾਹਿਬ ਦਾ ਕਲਾਮ ਹੈ। ਇਹਦੇ ਵੀ ਪੈਟਰਨ ਬਿਲਕੁਲ ਹੀ ਸੇਮ ਹੈਗਾ, ਜਾਂ ਇਹਦੇ ਚੋਂ ਕਲਾਸਿਕ ਸ਼ਾਇਰੀ ਚੋਂ ਸਵਾਲ ਦੇ ਦੇਗਾ ਜਾਂ ਜਦੀਦ ਸ਼ਾਇਰੀ ਚੋਂ 2 ਸਵਾਲ ਦੇਗਾ। ਅਗਰ ਇਹਦੇ ਚੋਂ ਫਰਜ਼ ਕਰੋ ਜਦੀਦ ਸ਼ਾਇਰੀ ਦੇ ਵਿੱਚੋਂ 2 ਸਵਾਲ ਦੇਣਾ ਤੇ ਕਲਾਸਿਕ ਸ਼ਾਇਰੀ ਚੋਂ 1 ਸਵਾਲ ਦੇਣ ਤੇ ਉਹ ਬਾਉਂਡ ਹੋਏਗਾ। ਤੇ ਤੁਸੀਂ ਕਿੰਨੇ ਨੇ 8 ਦੇ ਚੋਂ ਤੁਸੀਂ ਗਾਲਬਨ 5 ਸਵਾਲ ਕਰਨੇ, ਤੇ ਅਗਰ 3 ਸਵਾਲ ਤੁਹਾਨੂੰ ਇਹੀ 2 ਚੀਜ਼ਾਂ ਦਿੰਦੀਆਂ ਪਰ ਤੁਸੀਂ ਹਿਸਾਬ ਲਗਾ ਲਓ ਕਿ ਇਹਨਾਂ ਦੀ ਕਿੰਨੀ ਕੁ ਇੰਪੋਰਟੈਂਸ ਹੈਗੀ ਹੈ। ਠੀਕ ਹੈ, ਆ ਗਿਆ ਜਦੀਦ ਸ਼ਾਇਰੀ ਦੇ ਵਿੱਚ ਤੁਸੀਂ ਸਭ ਚੀਜ਼ਾਂ ਵੇਖਦੇ ਪਏ। ਇਹਦੇ ਵਿੱਚ ਵੀ ਅੰਜੇਗਾ ਤਰੰਜਨ ਦੇ ਵਿੱਚ, ਇੱਕ ਤਰੰਜਨ ਬੇਸਿਕਲੀ ਇੱਕ ਬੁੱਕ ਦਾ ਨਾਮ ਹੈ ਤੇ ਰਾਈਟਰ ਦੇ ਕਲਾਮ ਦਾ ਨਾਮ ਹੈਗਾ। ਠੀਕ ਹੈ, ਜਿਹੜਾ ਬੁੱਕ ਰਾਈਟਰ ਦਾ ਕਲਾਮ ਹੋ ਜਾਂਦਾ ਵੇ, ਇਹਦੇ ਬਾਰੇ ਤੁਹਾਨੂੰ ਤਜਜ਼ੀਆ ਦੇ ਨਾਲ ਸਵਾਲ ਇੰਜ ਦੇ ਸਕਦਾ ਵੇ, ਉਹ ਕਹਿ ਸਕਦਾ ਵੇ ਤਰੰਜਨ ਇੱਕ ਅਹਿਮਦ ਰਾਹੀ ਸਾਹਿਬ ਦੀ ਇੱਕ ਕਲਾਕਾਰੀ ਦਾ ਨਮੂਨਾ ਦੱਸਦੀ ਹੈ। ਤੁਸੀਂ ਆਪਣੇ ਅਲਫਾਜ਼ਾਂ ਚ ਇਹਨੂੰ ਵਜ਼ਾਹਤ ਕਰੋ। ਠੀਕ ਹੈ, ਉਹ ਤੁਸੀਂ ਵਜ਼ਾਹਤ ਕਿੰਝ ਕਰੋਗੇ? ਤੁਸੀਂ ਹੈਡਿੰਗ ਕੋਈ ਦਿਓਗੇ, ਪਹਿਲੇ ਤੁਸੀਂ ਤਾਰਫ ਲਿਖੋਗੇ, ਤਾਰਫ ਦੇ ਵਿੱਚ ਤੁਸੀਂ ਰਾਈਟਰ ਦਾ ਤਾਰਫ ਲਿਖੋਗੇ ਕਿ ਅਹਿਮਦ ਰਾਹੀ ਕੌਣ ਸਨ, ਕਿੱਥੇ ਪੈਦਾ ਹੋਏ, ਇਹਨਾਂ ਦੇ ਵਾਲਿਦ ਦਾ ਨਾਮ ਕੀ ਹੈ, ਇਹਨਾਂ ਨੇ ਤਾਲੀਮ ਕਿੱਥੋਂ ਹਾਸਿਲ ਕੀਤੀ, ਇਹਨਾਂ ਨੇ ਕਿਤਾਬ ਕਿਉਂ ਲਿਖੀ, ਕੀ ਵਜੂਹਾਤ ਸਨ ਜਿਹੜੀ ਅਹਿਮਦ ਰਾਹੀ ਸਾਹਿਬ ਕਿਤਾਬਾਂ ਲਿਖਣ ਤੇ ਜਾਂ ਆਪਣੀ ਇਹ ਸਰੰਜਨ ਕਲਾਮ ਲਿਖਣ ਤੇ ਮਾਇਲ ਹੋ ਗਏ ਸਨ। ਠੀਕ ਹੈ, ਐਂਡ ਤਾਰਫ ਤੋਂ ਬਾਅਦ ਤੁਸੀਂ ਬਾਕੀ ਚੀਜ਼ਾਂ ਨਾਲ ਲੈ ਕੇ ਚੱਲੋਗੇ, ਮੈਂ ਤੁਹਾਨੂੰ ਵਹਾਨਾ ਡੈਮੋ ਕਿ ਤੁਸੀਂ ਉਹ ਕਿੰਝ ਲੈ ਕੇ ਚੱਲੋਗੇ। ਠੀਕ ਹੈ, ਐਂਡ ਜੀ ਕੱਚੇ ਘਰੇ ਵੀ ਹੈ, ਕੁਲ ਕਲਾਮ ਮੁਨੀਰ ਨਿਆਜ਼ੀ ਸਾਹਿਬ ਦਾ ਵੀ ਹੈ। ਮੁਨੀਰ ਨਿਆਜ਼ੀ ਸਾਹਿਬ ਪੰਜਾਬੀ ਦੇ ਬਹੁਤ ਅੱਛੇ ਸ਼ਾਇਰ ਹੋਏ ਨੇ। ਇਹਨਾਂ ਦਾ ਸਵਾਲ ਬਹੁਤ ਇੰਪੋਰਟੈਂਟ ਸਵਾਲ ਮੰਨਿਆ ਜਾਂਦਾ ਵੇ, ਜੋ ਕਿ ਬਾਰ-ਬਾਰ ਹਰ ਸਾਲ ਬਾਅਦ 2 ਸਾਲ ਬਾਅਦ ਇਹਨੇ ਰਿਪੀਟ ਹੋਣਾ ਹੀ ਹੁੰਦਾ ਹਰ ਹਾਲ ਦੇ ਵਿੱਚ। ਠੀਕ ਹੈ, ਆਵਾਰੀ ਬੱਚੋ ਮੇਰੀ? ਹਾਂਜੀ ਸਰ, ਆਂਦੀ ਵੀ यस सर। ਸਮਝ ਆ ਰਹੀ ਕੁਛ ਕਿ ਨਹੀਂ ਆ ਰਹੀ ਬੇਟੋ? ਕੁਛ ਨਾ ਸਮਝ ਆਏ ਤੁਸੀਂ ਪੁੱਛ ਸਕਦੇ ਹੋ। ਹਾਈ ਜੇ ਤੁਹਾਨੂੰ ਬੇਸਿਕ ਹੈ, ਤੁਹਾਨੂੰ ਨਹੀਂ ਇੰਨਾ ਪਤਾ ਚੱਲੇਗਾ, ਲੇਕਿਨ ਮੈਂ ਤੁਹਾਨੂੰ ਜੋ ਸਵਾਲ ਦਾ ਡੈਮੋ ਦਿਖਾਵਾਂਗਾ ਨਾ, ਤੁਹਾਨੂੰ ਆਪਣੇ ਆਪ ਅੰਦਾਜ਼ਾ ਜਾਏਗਾ ਯਾਰ ਬਹੁਤ ਆਸਾਨ ਕੰਮ ਹੈਗਾ। ਬਸ ਥੋੜਾ ਜਿਹਾ ਨਾ ਮੁਸ਼ਕਿਲ ਨਹੀਂਗਾ, ਥੋੜਾ ਜਿਹਾ ਲੈਂਥੀ ਕਹਿ ਲਓ ਤੁਸੀਂ,
ਤੇ ਇਹਨੇ ਹੀ ਤੁਹਾਡੇ ਜਿਹੜਾ ਥੋੜਾ ਬਹੁਤ 19-20 ਹੁੰਦਾ ਨਾ ਕਿ ਬੰਦਾ ਐਲੋਕੇਟ ਹੋਣ ਤੋਂ 2-4 ਨੰਬਰ ਆਈ ਜਾਂਦੇ ਨੇ, 5-4 ਨੰਬਰ ਆਈ ਜਾਂਦੇ, ਇਹਨੇ ਉਹ ਤੁਹਾਡਾ ਡਿਫਰੈਂਸ ਬਹੁਤ ਉੱਤੇ ਲਾਈ ਜਾਣਾ। ਕਿਉਂਕਿ ਮੇਰੇ ਖਿਆਲ ਨਾਲ ਮੈਨੂੰ ਨਹੀਂ ਲੱਗਦਾ ਕਿ CSS ਦੇ ਵਿੱਚ 100 ਦੇ ਵਿੱਚੋਂ ਜਿੰਨੇ ਮਾਰਕਸ ਪੰਜਾਬੀ ਦੇ ਜਾਂਦੀ ਹੈ ਇੰਨਾ ਕੋਈ ਹੋਰ ਆਪਸ਼ਨਲ ਸਬਜੈਕਟ ਦੇ ਸਕਦਾ। ਈਵਨ ਕਿ ਤੁਹਾਡੇ ਜਿਹੜੇ ਨੇ ਸਾਇੰਸੀ ਸਬਜੈਕਟਸ ਨੇ ਮਾਰਕਸ ਨਹੀਂ ਦੇ ਸਕਦੇ ਜਿੰਨਾ ਕਿ ਪੰਜਾਬੀ ਸਬਜੈਕਟ ਨੂੰ ਦੇ ਸਕਦਾ ਵੇ। ਬਿਹਤਰੀਨ ਤੇ ਬੈਸਟ ਸਬਜੈਕਟ ਹੈਗਾ, ਠੀਕ ਹੈ। ਐਂ ਜੀ ਸਾਰੇ ਸ਼ਾਇਰਾਂ ਨੂੰ ਤੁਸੀਂ ਲੈ ਕੇ ਚੱਲੋਗੇ, ਮੈਂ ਤੁਹਾਨੂੰ ਇਹਦਾ ਡੈਮੋ ਦਿਖਾਣਾ ਵਾ, ਠੀਕ ਹੈ। ਕਲਾਸਿਕ ਸ਼ਾਇਰੀ, ਜਦੀਦ ਸ਼ਾਇਰੀ, ਇਸ ਜ਼ਿਕਰ ਹੋ ਗਏ। ਹੁਣ ਆ ਜਾਂਦੀ ਵਾਰੀ ਇਸਲਾਮੀ ਅਦਬ ਤੇ। ਇਸਲਾਮੀ ਅਦਬ ਦੇ ਵਿੱਚ ਦੋ ਜਿਹੜੇ ਨਾ ਸਾਡੇ ਕੋਲ ਹਸਤੀਆਂ ਮੌਜੂਦ ਨੇ। ਪਹਿਲੀ ਹਸਤੀ ਦਾ ਨਾਮ ਹੈਗਾ ਨੌਸ਼ਾ ਗੰਜਬਖਸ਼ ਰਹਿਮਤੁल्लाह अलैह। ਨੌਸ਼ਾ ਗੰਜਬਖਸ਼ ਬੜੇ ਸਗੀਰ ਦੇ ਦੌਰ ਦੇ ਵਿੱਚ ਬੜੇ ਸਗੀਰ ਦੇ ਦੌਰ ਤੋਂ ਪਹਿਲੇ ਦੀ ਗੱਲ ਹੈ, ਜਦੋਂ ਕਿ ਜ਼ਮਾਨਾ ਆਇਆ ਬਾਬਾ ਫਰੀਦ ਗੰਜ ਸ਼ਕਰ ਰਹਿਮਤੁल्लाह अलैह ਤੇ ਕੁਝ ਸ਼ਾਇਰਾਂ ਦਾ ਸਨ, ਉਹ ਸਨ ਨੌਸ਼ਾ ਗੰਜਬਖਸ਼ ਸਾਹਿਬ। ਇਹ ਬਹੁਤ ਨੇਕ ਤੇ ਪੀਰ ਸਾਹਿਬ ਉਸ ਦੌਰ ਦੇ ਵਲੀ ਅੱਲਾ ਮੰਨੇ ਜਾਂਦੇ ਸਨ। ਇਹਨਾਂ ਨੇ ਆਪਣੇ ਇਲਮ ਤੇ ਫੈਜ਼ ਦੇ ਜ਼ਰੀਏ ਲੱਖਾਂ ਲੋਕਾਂ ਨੂੰ ਮੁਸਲਮਾਨ ਕੀਤਾ ਤੇ ਇਹਨਾਂ ਦੀ ਮਾਸ਼ਾਅੱਲਾ ਕਹਿ ਸਕਦੇ ਹਾਂ ਜੀ, ਇਹਨਾਂ ਦੀ ਖੂਬਸੂਰਤੀ ਦਾ ਤੇ ਇਹਨਾਂ ਦੀ ਇਲਮ ਦਾ ਇਹ ਆਲਮ ਸੀ ਕਿ ਲੋਕ ਨਾ ਕਿ ਬੜੇ ਤੋਂ ਬਲਕਿ ਉਹ ਸਿਰਫ ਔਰ ਸਿਰਫ ਇਲਾਜ ਕਰਾਉਣ ਤੇ ਤਾਲੀਮ ਹਾਸਲ ਕਰਨ ਆਉਂਦੇ ਹਨ। ਬਹੁਤ ਵੱਡੀ ਹਸਤੀ ਸਨ ਤੇ ਉਹਨਾਂ ਦੀ ਜਿਹੜੀ ਕਿਤਾਬ ਇਹ ਹਸਤੀ ਨੇ, ਉਹਨਾਂ ਦੀ ਕਿਤਾਬ ਲਿਖੀ ਹੋਈ ਹੈ ਇਹਨਾਂ ਨੇ, ਸ਼ਰਾਫਤ ਨਸ਼ਾਹੀ ਸਾਹਿਬ ਨੇ, ਠੀਕ ਹੈ। ਜਿਹੜੀ ਉਹਨਾਂ ਨੇ ਕਿਤਾਬ ਲਿਖੀ ਹੋਈ ਹੈ ਨਾ, ਅਸੀਂ ਉਸ ਕਿਤਾਬ ਦਾ ਜਾਇਜ਼ਾ ਕਰਨਾ ਹੈਗਾ ਵੇ, ਠੀਕ ਹੈ। ਇਹਦਾ ਵੀ ਸਵਾਲ ਇੰਝ ਆ ਸਕਦਾ ਵੇ ਕਿ ਮੁਆਜ਼ੇ ਨੌਸ਼ਾ ਗੰਜਬਖਸ਼ ਰਹਿਮਤੁल्लाह अलैह ਦੀ ਕਿਤਾਬ ਦਾ ਫਨੀ ਤੇ ਤਕਰੀਰੀ ਜਾਇਜ਼ਾ ਪੇਸ਼ ਕਰੋ। ਹੁਣ ਫਨੀ ਜਾਇਜ਼ਾ ਹੋਰ ਹੁੰਦਾ ਵੇ ਤੇ ਤਕਰੀਰੀ ਜਾਇਜ਼ਾ ਹੋਰ ਹੁੰਦਾ ਵੇ। ਫਨੀ ਜਾਇਜ਼ੇ ਦੇ ਵਿੱਚ ਮੁਰਾਦ ਇਹ ਹੁੰਦੀ ਹੈ ਕਿ ਜੋ ਵੀ ਸ਼ਾਇਰ ਦੇ ਅੰਦਰ ਖਸੂਸੀਆਤ ਨੇ, ਜੋ ਕਿਤਾਬ ਦੇ ਵਿੱਚ ਬਿਆਨ ਕੀਤੀਆਂ ਗਈਆਂ ਨੇ, ਉਹਨਾਂ ਨੂੰ ਤੁਸੀਂ ਐਜ਼ ਇਟ ਇਜ਼ ਬਿਆਨ ਕਰ ਸਕਦੇ ਹੋ। ਜਦਕਿ ਤਕਰੀਰੀ ਜਾਇਜ਼ਾ ਇਹ ਹੁੰਦਾ ਵੇ ਕਿ ਕਿਤਾਬ ਦੇ ਅੰਦਰ ਕਿੰਨੇ ਚੈਪਟਰ ਨੇ, ਪਹਿਲੇ ਬਾਬ ਵਿੱਚ ਕੀ ਹੈਗਾ, ਦੂਸਰੇ ਬਾਬ ਵਿੱਚ ਕੀ ਹੈਗਾ, ਤੀਸਰੇ ਬਾਬ ਵਿੱਚ ਕੀ ਹੈਗਾ, ਉਹਨੂੰ ਤੁਸੀਂ ਆਪਣੇ ਲਫ਼ਜ਼ਾਂ ਨਾਲ ਬਿਆਨ ਕਰ ਸਕਦੇ ਹੋ। ਹਾਂ, ਦ ਮੋਸਟ ਇੰਪੋਰਟੈਂਟ ਥਿੰਗ ਬੱਚੋ, ਸਭ ਤੋਂ ਜਿਹੜੀ ਇੰਪੋਰਟੈਂਟ ਥਿੰਗ ਹੈ ਨਾ, ਉਹ ਇਹ ਵੇ ਕਿ ਤੁਸੀਂ ਜਦੋਂ ਵੀ ਕੋਈ ਸਵਾਲ ਅਟੈਂਪਟ ਕਰੋਗੇ, ਜ਼ਰੂਰੀ ਨਹੀਂ ਕਿ ਤੁਸੀਂ ਬੁੱਕ ਦੇ ਅਲਫਾਜ਼ ਲਿਖਣੇ ਨੇ, ਤੁਸੀਂ ਇਹਦੀ ਸੈਲਫ ਰਾਈਟਿੰਗ ਕਰ ਸਕਦੇ ਹੋ, ਲੇਕਿਨ ਤੁਹਾਡਾ ਮੇਨ ਆਈਡੀਆ ਤੇ ਕਨਸੈਪਟ ਬਿਲਕੁਲ ਐਗਜ਼ੈਕਟ ਠੀਕ ਹੋਣਾ ਚਾਹੀਦਾ ਹੈ, ਠੀਕ ਹੈ। ਉਸ ਤੋਂ ਬਾਅਦ ਆ ਜੀ ਨਾ ਸੱਚੀ ਸਰਕਾਰ। ਤੇ ਸੱਚੀ ਸਰਕਾਰ ਇਸ ਕਾਇਨਾਤ ਦੀ ਕੋਈ ਹਸਤੀ ਹੈ ਜਿਨ੍ਹਾਂ ਦਾ ਨਾਮ ਮੁਸਤਫਾ ਸੱਲੱਲਾਹੁ अलैहि वसल्लम हुई है कि समझ साहब ने, ठीक है। फनी ਇਹ ਬਾਰੇ ਬੜੀ ਮਸ਼ਹੂਰ ਗੱਲ ਹੈ ਕਿ ਬਲਾਮੀ ਨਮਾਨੀ ਜਿਹੜੇ ਗੁਰੇ ਨੇ ਪਾਕ ਦੇ ਕੰਟੀਨੈਂਟ ਹੁੰਦਾ ਸੀ ਜਦੋਂ ਬ੍ਰਿਟਿਸ਼ ਤੇ ਉਹਨਾਂ ਨੇ ਤਾਸ਼ ਨਮਾਜ਼ ਦੇ 5 ਜਿਲਦਾਂ ਨਬੀ ਪਾਕ सर आवाज बहुत कट रही है। ਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਬਹੁਤ ਕੋਸ਼ਿਸ਼ ਕਰ ਲਈ, ਲੇਕਿਨ ਮੈਂ ਨਬੀ ਪਾਕ ਸੱਲੱਲਾਹੁ अलैहि वसल्लम ਦੀ ਛੋਟੀ ਝਲਕ ਦਾ ਤੇ ਉਹ ਮੈਂ ਨਹੀਂ ਲਿਆ ਉਹਨਾਂ ਦਾ। सर आवाज बहुत कट रही है। बच्चों आवाज आ रही है? हेलो बच्चों, आवाज आ रही है? जी सर अब आ रही है। बेटा नहीं आ रही, नहीं तो पहले दस दिया करो ना, मैसेज कर दिया करो एडमिन साहब। शुड आई प्रोसीड यार आगे?
अगर चला? यस सर। हाँ चलो 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 चलो। हाँ जी जी बच्चों ਅਸੀਂ ਪਹੁੰਚੇ ਸਾਂ हाँ ਤੇ ਲਿਖੀ ਹੋਈ ਕਿਤਾਬ ਹੈ ਜੋ ਅਬਦੁਲ ਕਰੀਮ ਸਮਰ ਸਾਹਿਬ ਨੇ ਲਿਖੀ ਹੈ ਤੇ ਅਸੀਂ ਉਹਨਾਂ ਦੇ ਮੁਤਾਬਿਕ ਜਿਹੜਾ ਨਾ ਜਾਇਜ਼ਾ ਕਰਨਾ ਹੈਗਾ ਉਸ ਕਿਤਾਬ ਦਾ ਯਾਨੀ ਕਿ ਇਸ ਕਿਤਾਬ ਵਿੱਚ ਕਿੰਨੇ ਸਫੇ ਨੇ ਇਸ ਕਿਤਾਬ ਵਿੱਚ ਪਹਿਲੇ ਬਾਬ ਵਿੱਚ ਕੀ ਬਿਆਨ ਕੀਤਾ ਗਿਆ ਦੂਸਰੇ ਵਿੱਚ ਕਿੰਨਾ ਕੀਤਾ ਗਿਆ ਟੋਟਲ ਕਿੰਨੇ ਬਾਬ ਨੇ ਇਸ ਮੌਜੂ ਤੇ ਸਵਾਲ ਆ ਸਕਦਾ ਹੈ ਆਮ ਤੌਰ ਤੇ ਨਾ ਇੱਕ ਨੋਟ ਆਂਦਾ ਹੁੰਦਾ ਵੇ 8 ਨੰਬਰਾਂ ਦਾ ਜਾਂ ਕਿ ਇਹ ਕਹਿ ਸਕਦਾ ਕਿ ਸੱਚੀ ਸਰਕਾਰ ਸੱਲੱਲਾਹੁ ਅਲੈਹਿ ਵਸੱਲਮ ਤੇ ਅਬਦੁਲ ਕਰੀਮ ਸਾਹਿਬ ਦੀ ਕਮਰ ਸਾਹਿਬ ਅਬਦੁਲ ਕਰੀਮ ਸਮਰ ਸਾਹਿਬ ਦੀ ਕਿਤਾਬ ਦਾ ਤਕਰੀਰੀ ਤੇ ਫਨੀ ਜਾਇਜ਼ਾ ਕਰੋ ਜਾਂ ਐਨਜੀ ਬਿਲਕੁਲ ਸਵਾਲ ਨੂੰ ਸ਼ਗਨ ਬਖਸ਼ ਦੇ ਸਕਦਾ ਵੇ ਠੀਕ ਹੈ ਇਹਦੀ ਵੇਟੇਜ ਇੰਨੀ ਅੱਛੀ ਨਹੀਂ ਹੁੰਦੀ ਹੈ ਤਕਰੀਬਨ 10% ਹੁੰਦੀ ਹੈ ਠੀਕ ਹੈ ਉਸ ਤੋਂ ਬਾਅਦ ਚੱਲਾਂਗੇ ਤਹਿਲੀਕੀ ਨਸਰ ਤੇ ਅਜੇ ਨਸਰ ਦੀ ਵਿੱਚ ਨਾ ਹੈਗੀਆਂ ਬੱਚੋ ਕਹਾਣੀਆਂ ਇਹ ਕਹਾਣੀਆਂ ਜਿਹੜੀਆਂ ਹੁੰਦੀਆਂ ਛੋਟੀ ਛੋਟੀ ਕਹਾਣੀਆਂ ਹੁੰਦੀਆਂ ਤੇ ਇਹਨਾਂ ਦੇ ਮੁxtਲਿਫ ਸਬਕ ਜਿਹੜੇ ਹੁੰਦੇ ਨਾ ਬੱਚਿਆਂ ਨੂੰ ਮਿਲਦੇ ਹੁੰਦੇ ਨੇ ਇਹਦੇ ਵਿੱਚੋਂ ਠੀਕ ਹੈ ਸਭ ਤੋਂ ਪਹਿਲਾਂ ਹੈਗਾ ਡੂੰਘੀਆਂ ਸ਼ਾਮਾਂ ਇਹ ਨਵਾਜ਼ ਸਾਹਿਬ ਦੀ ਕਹਾਣੀ ਹੈਗੀ ਇਹਦੇ ਵਿੱਚ ਵੀ ਬਿਲਕੁਲ ਐਗਜ਼ੈਕਟਲੀ ਸੇਮ ਕਰਾਂਗੇ ਅਸੀਂ ਤਾਰਫ ਲਿਖਾਂਗੇ ਤਾਰਫ ਦੇ ਵਿੱਚ ਅਸੀਂ ਰਾਇਰ ਦਾ ਤਾਰਫ ਕਰਾਂਗੇ ਕਿ ਨਵਾਜ਼ ਕੌਣ ਸੀ ਕਿੱਥੇ ਪੈਦਾ ਹੋਇਆ ਇਹਨੇ ਆਪਣੀ ਲਿਖੀ ਇਹਨਾਂ ਦੇ ਵਾਲਿਦ ਸਾਹਿਬ ਦਾ ਨਾਮ ਕੀ ਸੀ ਨਾਮ Sir, your screen is not visible. Please look into it. समाज ਦੀ ਬੁਰਾਈਆਂ ਬਿਆਨ ਕੀਤੀਆਂ ਗਈਆਂ ਨੇ ਸਮਾਜ ਦੀ ਬਿਆਨ ਕੀਤੀਆਂ ਗਈਆਂ ਕਿ ਮਾਸ਼ਰ ਜੋ ਵੀ ਹੋ ਰਿਹਾ ਨਾ ਪੁੱਛੋ ਐਡਮਿਨ ਸਾਹਿਬ ਚੈੱਕ ਕਰਨਾ ਜ਼ਰਾ आ रही है नजर बच्चों No, sir. Please look into it. ये सिर्फ इन मैडम के साथ मसला आ रहा है कि सबके साथ आ रहा है बच्चों नहीं शो सबके साथ आ रहा है मसला ये यस सर एक मिनट यार एक मिनट बच्चों हो जाता है अभी सही हो जाता है बच्चों एक मिनट एडमिन साहब चेक करना ਅਸੀਂ ਪਹੁੰਚੇ ਸਾਂ ਸੱਚੀ ਸਰਕਾਰ ਤੇ ਸੱਚੀ ਸਰਕਾਰ ਦਾ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੀ ਕਿਤਾਬ ਹੋਏਗੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਤੇ ਲਿਖੀ ਹੈ ਅਬਦੁਲ ਕਰੀਮ ਸਮਰ ਸਾਹਿਬ ਨੇ ਉਹਦਾ ਅਸੀਂ ਜਾਇਜ਼ਾ ਕਰਨਾ ਹੈਗਾ ਉਸ ਤੋਂ ਬਾਅਦ ਮੈਂ ਨਸਰ ਤੇ ਪਹੁੰਚਿਆ ਸਾਂ ਨਸਰ ਦੇ ਵਿੱਚ ਇਹ ਸੀ ਕਿ ਛੋਟੀਆਂ ਕਹਾਣੀਆਂ ਹੁੰਦੀਆਂ ਨੇ ਜਿਹੜੀਆਂ ਕਿ ਮਾਸ਼ਰੇ ਦੇ ਹਾਲਾਤ ਤੇ ਮੁਬੰਨੀ ਹੁੰਦੀਆਂ ਨੇ ਉਹ ਕਹਾਣੀਆਂ ਦੇ ਕੋਈ ਵੀ ਟਾਈਟਲ ਹੋ ਸਕਦੇ ਨੇ ਜਿਵੇਂ ਪੁਰਖ ਪਰਚੋਲ ਹੁੰਦਾ ਵੇ ਜਿਵੇਂ ਨੂਰੀ ਕਹਾਣੀ ਦਾ ਇੱਕ ਨਾਮ ਹੈਗਾ ਪੰਜੀਏ ਇਹਦੇ ਵਿੱਚ ਮੈਂ ਤੁਹਾਨੂੰ ਮਿਸਾਲ ਹੀ ਦੇਣਾ ਵਾ ਕਿ ਚੰਦ ਦੀ ਚਾਂਦਨੀ ਕਹਾਣੀ ਹੈ ਜੋ ਕਿ ਨਵਾਜ਼ ਸਾਹਿਬ ਨੇ ਲਿਖੀ ਹੈ ਇਹਦੇ ਵਿੱਚ ਇੱਕ ਛੋਟੀ ਜਿਹੀ ਬੱਚੀ ਹੁੰਦੀ ਹੈ ਉਹ ਵੱਡੀ ਹੋ ਜਾਂਦੀ ਹੈ ਉਹਦੀ ਗੱਲ ਕਰਨ ਤੇ ਉਹਦੇ ਮਾਪਿਓ ਫੌਤ ਹੋ ਜਾਂਦੇ ਨੇ ਉਹਦੇ ਵਿਆਹ ਦੀ ਗੱਲ ਕਰਨ ਵਾਲਾ ਕੋਈ ਨਹੀਂ ਹੁੰਦਾ ਜਦਕਿ ਉਹ ਜਵਾਨੀ ਦੇ ਹਾਲਾਤ ਤੋਂ ਮਜਬੂਰ ਹੋ ਕੇ ਤੇ ਮਾਸ਼ਰੇ ਦੀ ਬੁਰਾਈਆਂ 'ਚ ਪੈ ਜਾਂਦੀ ਹੈ ਇਸ ਕਹਾਣੀ ਦੇ ਵਿੱਚ ਇਹ ਦੱਸਿਆ ਗਿਆ ਵੇ ਕਿ ਕਿਵੇਂ ਵੱਡਿਆਂ ਦੇ ਨਾ ਹੋਣ ਦੀ ਵਜ੍ਹਾ ਤੋਂ ਔਲਾਦ ਚੋਰ ਹੋ ਜਾਂਦੀ ਹੈ ਤੇ ਬੁਰੇ ਕੰਮਾਂ ਤੇ ਲੱਗ ਜਾਂਦੀ ਹੈ ਠੀਕ ਹੈ ਇਸ ਤੋਂ ਸਿੱਖਿਆ ਜਾਂਦਾ ਵੇ ਐਸੇ ਤਰ੍ਹਾਂ ਚੰਨੇ ਦੇ ਉਹਦੇ ਵਿੱਚ ਵੀ ਇੰਝ ਹੀ ਹੈ ਦੀਵਾ ਤੇ ਦਰਿਆ ਦੀਵਾ ਤੇ ਦਰਿਆ ਇੱਕ ਨਾਵਲ ਹੈਗਾ ਜੋ ਕਿ ਅਫਜ਼ਲ ਅਹਿਸਨ ਰੰਧਾਵਾ ਸਾਹਿਬ ਨੇ ਲਿਖਿਆ ਦੀਵਾ ਤੇ ਦਰਿਆ ਦੇ ਵਿੱਚ ਦੋ ਸਿੱਖਾਂ ਦੀ ਕਹਾਣੀ ਹੈ ਜੋ ਕਿ ਇੰਡੀਪੈਂਡੈਂਸ ਤੋਂ ਪਹਿਲੇ ਦੀ ਹੈਗੀ ਹੈ ਯਾਨੀ ਕਿ ਬੜੇ ਸਗੀਰ ਦੇ ਵਿੱਚ ਸਿੱਖ ਤੇ ਮੁਸਲਮਾਨ ਬੜੇ ਪਿਆਰ ਨਾਲ ਰਿਹਾ ਕਰਦੇ ਸਨ ਠੀਕ ਹੈ ਉਹਨਾਂ ਦੇ ਦਰਮਿਆਨ ਨਾਵਲ ਹੈ ਇਹ ਨਾ ਤੁਸੀਂ ਕਿਸੇ ਨੇ ਇੰਡੀਅਨ ਮੂਵੀਜ਼ ਦੇਖਦੇ ਹੋ ਤੇ ਇੱਕ ਮੂਵੀ ਆਈ ਸੀ ਸਨ ਆਫ ਸਰਦਾਰ ਅਗਰ ਤੁਸੀਂ ਦੇਖੀ ਹੋਈ ਤਾਂ ਉਹਦੇ ਚ ਉਹ ਇਸ ਨਾਵਲ ਤੋਂ ਤੇ ਨਾਵਲ ਬਹੁਤ ਮਸ਼ਹੂਰ ਹੋਇਆ ਤੇ ਇਸ ਨਾਵਲ ਤੋਂ ਕੁਐਸਚਨ ਇੰਝ ਆ ਸਕਦਾ ਵੇ ਦੀਵਾ ਦੇ ਦਰਿਆ ਦਾ ਫਨੀ ਤੇ ਤਖਰੀਰੀ ਜਾਇਜ਼ਾ ਪੇਸ਼ ਕਰੋ ਯਾਨੀ ਕਿ ਇੱਕ ਨਾਵਲ ਹੈ ਅਸੀਂ ਨਾਵਲ ਦਾ ਜਾਇਜ਼ਾ ਕਰਨਾ ਹੈ ਕਿ ਨਾਵਲ ਦੇ ਵਿੱਚ ਕੀ ਕੀ ਖੂਬੀਆਂ ਨੇ ਕੀ ਖਾਮੀਆਂ ਨੇ ਅਸੀਂ ਖਾਮੀਆਂ ਵੀ ਦੱਸਣੀਆਂ ਨੇ ਤੇ ਖਾਮੀਆਂ ਵੀ ਮੌਜੂਦ ਹੋਣਗੀਆਂ ਉਹ ਜਦੋਂ ਮੈਂ ਤੁਹਾਨੂੰ ਇਨਸ਼ਾਅੱਲਾ ਪੜਾਵਾਂਗਾ ਤੇ ਤੁਹਾਨੂੰ ਅੰਦਾਜ਼ਾ ਵੀ ਹੋ ਜਾਏਗਾ
ਅੱਗੇ ਆਈ ਤਾਂ ਬੋਲ ਮਿੱਟੀ ਦੇ ਬਾਵਿਆ, ਇਹ ਸਜਾਦ ਹੈਦਰ ਸਾਹਿਬ ਦਾ ਡਰਾਮਾ ਹੈਗਾ। ਇਹ ਡਰਾਮੇ ਵਿੱਚ ਡਰਾਮੇ ਦੇ 2 ਤੋਂ 3 ਇਕਸਾਮਾਂ ਹੁੰਦੀਆਂ ਨੇ, ਜਿਹਦੇ ਵਿੱਚ ਸਟੇਟ ਡਰਾਮਾ ਵੀ ਹੁੰਦਾ ਵੇ ਤੇ ਹਕੀਕੀ ਡਰਾਮਾ ਵੀ ਹੁੰਦਾ ਵੇ ਤੇ ਤਹਿਰੀਰੀ ਡਰਾਮਾ ਵੀ ਹੁੰਦਾ ਵੇ। ਤੇ ਜਿਹੜਾ ਸਜਾਦ ਹੁਸੈਨ ਸਾਹਿਬ ਦਾ ਡਰਾਮਾ ਹੈ ਨਾ, ਇਹ ਡਰਾਮਾ ਜਿਹੜਾ ਹੈਗਾ ਨਾ ਹਕੀਕਤ ਤੇ ਮੁਬੰਨੀ ਹੈਗਾ ਵੇ। ਠੀਕ ਹੈ, ਇਹਦੀ ਤਾਰੀਫ ਜਿਹੜੇ ਨੇ ਹੋਰ ਵੀ ਉਰਦੂ ਦੇ ਰਾਈਟਰਾਂ ਨੇ ਵੀ ਕੀਤੀ ਹੋਈ ਹੈ ਤੇ ਪੰਜਾਬੀ ਦੇ ਰਾਈਟਰਾਂ 'ਚ ਵੀ ਕੀਤੀ ਹੈ। ਅਸੀਂ ਐਸੇ ਹੀ ਡਰਾਮੇ ਦਾ ਜਾਇਜ਼ਾ ਕਰਨਾ ਹੈ, ਜਿਵੇਂ ਇਸ ਡਰਾਮੇ 'ਚ ਅਸੀਂ ਕਹਿ ਸਕਦੇ ਹਾਂ ਕਿ ਇਸ ਡਰਾਮੇ 'ਚ ਕਿਰਦਾਰ ਨਿਗਾਰੀ ਕੀ ਹੈਗੀ ਹੈ, ਕਿਹੜੇ ਕਿਰਦਾਰ ਇਸਤੇਮਾਲ ਹੋਏ ਨੇ, ਇਹ ਕਿਰਦਾਰ ਦੀ ਕਿੰਨੀ ਪਾਵਰ ਹੈ, ਇਹ ਕਿਰਦਾਰ ਦਾ ਕੀ ਰੋਲ ਹੈਗਾ ਇਹਦੇ ਵਿੱਚ, ਅਸੀਂ ਸਾਰਾ ਕੁਝ ਦੱਸਾਂਗੇ ਇਹਦੇ ਵਿੱਚ। ਉਸ ਤੋਂ ਬਾਅਦ ਡਿਪੈਂਡ ਕਰਦਾ ਫਰਜ਼ ਦੇ ਵਿੱਚ ਇਹ ਕਹਿੰਦਾ ਵੀ ਕਿ ਬੋਲ ਮਿੱਟੀ ਦੇ ਬਾਵਿਆ ਦੇ ਪੇਸ਼ ਕਰੋ ਤੇ ਅਸੀਂ ਉਹ ਕਰਾਂਗੇ ਸਾਹਿਬ ਇਹ ਚਾਹੁੰਦੇ ਹਾਂ। ਜੋ ਆਪਣੇ ਹਿਸਾਬ ਦੇ ਨਾਲ ਲੈ ਕੇ ਇੰਝ ਹੀ ਚੱਲਾਂਗੇ, ਇਹਦਾ ਵੀ ਇੱਕ ਪੂਰਾ ਸਮਝ ਇਹਦੀ ਮਿਸਾਲ ਇੰਝ ਹੈ ਕਿ ਇੱਕ ਬੁੱਕ ਦੇ ਦਿੱਤੀ ਗਈ ਹੈ ਜਾਂ ਇੱਕ ਨੋਵਲ ਜਾਂ ਇੱਕ ਸਟੋਰੀ ਦੇ ਦਿੱਤੀ ਗਈ ਹੈ ਤੇ ਉਹਨੇ ਤੁਹਾਨੂੰ ਸਟੋਰੀ ਦੇ ਵਿੱਚੋਂ ਹੀ ਸਵਾਲ ਪੁੱਛਣੇ ਨੇ ਕਿ ਕੀ ਹੈ ਤੇ ਕੀ ਨਹੀਂ, ਯਾਨੀ ਕਿ ਕੀ ਕਿਰਦਾਰ ਨਿਗਾਰੀ ਹੈ, ਕਿਰਦਾਰ ਕਿੰਨਾ ਮਜ਼ਬੂਤ ਸੀ ਤੇ ਕਿੰਨਾ ਹਲਕਾ ਹੈ। ਬਿਲਕੁਲ, ਤੁਸੀਂ ਬੇਸਿਕ ਮੇਨ ਜਿਹੜਾ ਤੁਸੀਂ ਫੋਕਸ ਕਰਨਾ ਹੈ ਕਲਾਸਿਕ ਸ਼ਾਇਰੀ ਤੇ ਕਰਨਾ ਬੱਚੋ, ਬਾਬਾ ਫਰੀਦ ਵਾਲੀ ਤੇ, ਠੀਕ ਹੈ। ਤੁਸੀਂ ਕਰੋਗੇ ਜਦੀਦ ਸ਼ਾਇਰੀ ਤੇ, ਉਸ ਤੋਂ ਇਲਾਵਾ ਤੁਸੀਂ ਕਰੋਗੇ ਨਸਰ ਦੇ ਉੱਤੇ। ਇਹ ਤੁਹਾਡਾ 80% ਜਿਹੜਾ ਦੇ ਵਿੱਚੋਂ ਬਣ ਜਾਂਦਾ। ਇਹਨੂੰ ਇਹ ਆਉਂਦਾ ਨਾ ਉਸ ਸਮਝ ਲਓ 72 78 ਸਮਥਿੰਗ ਤੇ ਨਾ ਸਵਿਸ ਕਰ ਸਕਦੇ ਹੋ। ਜਾਤੀਆਂ ਨੇ, ਪੋਨੇ ਨੇ, ਸਾਰਾ ਆਦਰ ਸਮੁੰਦਰ ਤੇ ਪੁਰਖ ਪਰਚੋਲ ਹੈਗਾ। ਇਹ ਵੀ ਇੱਕ ਕਿਸਮ ਦਾ ਕਲਾਮ ਹੈਗਾ ਵੇ। ਇਸ ਕਲਾਮ ਨੂੰ ਮੈਂ ਮੁਖਤਲਿਫ ਜਾਣਿਆ ਗਿਆ ਵੇ, ਇਸ ਕਲਾਮ ਦੇ ਮੁਖਤਲਿਫ ਮੰਦਾ ਵੀ ਤੇ ਪੁਰਖ ਪਰਚੋਲ ਵੀ, ਠੀਕ ਹੈ। ਇਹਦਾ ਵੀ ਬਿਲਕੁਲ ਜਿਵੇਂ ਤੁਹਾਨੂੰ ਮੈਂ ਦੱਸਿਆ ਹੈਗਾ ਤੇ ਹਕੀਕੀ ਨਸਰ ਦੀ ਤਰ੍ਹਾਂ ਫਨੀ ਤੇ ਤਕਰੀਰ ਜ਼ਿਆਦਾ ਕਰਾਂ। आपकी आवाज बीच में बहुत जी जी ज्यादा डिस्ट्रैक्ट हो रही है। मैंने नहीं सुना बेटा, क्या कह रहे हो, दोबारा बोलो। आवाज बहुत ज्यादा डिस्ट्रैक्ट हो रही है, सारे दूसरे स्टूडेंट्स भी यही बोल रहे हैं। ठीक हो गया, ठीक हो गया जी, ठीक हो गया। ਕਿ ਤੁਹਾਨੂੰ ਕਿੱਥੋਂ ਦੱਸਾਂ ਕਿੱਥੋਂ ਤੱਕ ਤੁਹਾਨੂੰ ਆਵਾਜ਼ ਆਈ ਸੀ ਤੇ ਕਿੱਥੋਂ ਤੱਕ ਆਵਾਜ਼ ਆਣਾ ਬੰਦ ਹੋ ਗਈ ਸੀ, ਕੋਈ ਦੱਸੇਗਾ ਮੈਨੂੰ? बोल मिट्टी दिया बाविया बता दो। ਅੱਛਾ ਅੱਛਾ, ਬੋਲ ਮਿੱਟੀ ਦੇ ਬਾਵਿਆ ਨਸਰ ਤੇ ਸਾਂ, ਠੀਕ ਹੈ। ਮੈਂ ਕਿਹਾ ਸੀ ਕਿ ਜਿਹੜਾ ਇਹ ਹਿੱਸਾ ਨਾ ਪੋਸ਼ਨ ਹੈਗਾ ਨਾ ਨਸਰ ਦਾ, ਇਹਦੇ ਵਿੱਚ ਮੁਖਤਲਿਫ ਕਿਸਮ ਦੇ ਡਰਾਮੇ, ਕਹਾਣੀਆਂ ਤੇ ਅਫਸਾਨੇ ਬਿਆਨ ਕੀਤੇ ਗਏ ਨੇ ਤੇ ਅਸੀਂ ਉਸ ਕਹਾਣੀਆਂ ਡਰਾਮੇ ਦਾ ਇੱਕ ਜਾਇਜ਼ਾ ਪੇਸ਼ ਕਰਨਾ ਹੈ ਤੇ ਪੂਰੀ ਨਸਰ ਇੰਝ ਹੈਗੀ ਹੈ, ਠੀਕ ਹੈ। ਅੱਗੇ ਜਦੋਂ ਆਈ ਜਾਂਦੀ ਨਾ ਤਹਿਕੀਕੋ ਤਨਕੀਦ, ਇਹ ਵੀ ਇੱਕ ਕਿਸਮ ਦੀ ਕਿਤਾਬਾਂ ਤੇ ਅਫਸਾਨਿਆਂ ਤੇ ਮੁਬੰਨੀ ਹੁੰਦੀ ਹੈ, ਜਿਹਦੇ ਵਿੱਚ ਕਿਸੇ ਵੀ ਕਿਸਮ ਦੀ ਤੁਸੀਂ ਫਰਜ਼ ਕਰੋ, ਮੈਂ ਦੀ ਮਿਸਾਲ ਤੁਹਾਨੂੰ ਇੰਝ ਦਿੰਦਾ ਵਾਂ, ਬਾਰ-ਬਾਰ ਦੂਸਰੀ ਦਫਾ ਤੁਹਾਨੂੰ ਮਿਸਾਲ ਦੇਣ ਲੱਗਾ ਮੈਂ ਕਿ ਕਿਤਾਬ ਸਾਡੇ ਕੋਲ ਜਾਂ ਇੱਕ ਮਜ਼ਬੂਨ ਹੈ ਜਾਂ ਕਹਾਣੀ ਹੈ, ਉਸ ਕਹਾਣੀ ਦੇ ਵਿੱਚ ਕਿਰਦਾਰ ਨਿਗਾਰੀ ਕਿੰਝ ਹੋਈ ਹੈ, ਕਿਹੜੇ ਕਿਹੜੇ ਕਿਰਦਾਰ ਇਸਤੇਮਾਲ ਹੋਏ ਨੇ, ਉਸ ਕਿਰਦਾਰ ਦਾ ਕੀ ਕੀ ਰੋਲ ਹੈਗਾ ਸੀ, ਉਸ ਤੋਂ ਇਲਾਵਾ ਕਹਾਣੀ ਜਾਂ ਡਰਾਮਾ ਲਿਖਣ ਦਾ ਕੀ ਪਰਪਸ ਹੈਗਾ। ਇਹੋ ਜਿਹਾ ਡਿਪੈਂਡ ਕਰਦਾ ਵੇ ਸਵਾਲ ਬਣਾਉਣ ਵਾਲੇ ਤੇ ਕਿ ਸਵਾਲ ਕੀ ਬਣਾਏਗਾ। ਅਸੀਂ ਉਸ ਹਿਸਾਬ ਨਾਲ ਇਹਨਾਂ ਦਾ ਕਹਾਣੀਆਂ ਤੇ ਅਫਸਾਨਿਆਂ ਤੇ ਡਰਾਮਿਆਂ ਦਾ ਜਾਇਜ਼ਾ ਕਰਨਾ ਹੈਗਾ ਵੇ, ਠੀਕ ਹੈ। ਇਹਦਾ ਮੈਂ ਤੁਹਾਨੂੰ ਡੈਮੋ ਦੇਵਾਂਗਾ, ਤੁਹਾਨੂੰ ਸਮਝ ਆ ਜਾਏਗੀ ਸਭ। ਅੱਗੇ ਚੱਲਦੇ ਹਾਂ, ਇਹ ਬਚਦਾ ਗਿਆ ਇਜ਼ਾਫ ਅਦਬੋ ਲੋਕ ਤੇ ਇਜ਼ਾਫ ਅਦਬੋ ਲੋਕ ਅਦਬ, ਠੀਕ ਹੈ। ਇਹ ਆ ਜਾਂਦੇ ਨੇ ਸ਼ਲੂਕ, ਕੁਛ ਤੁਹਾਨੂੰ ਪਤਾ ਵੀ ਹੋਏਗਾ ਗਜ਼ਲ ਦਾ ਕਿ ਗਜ਼ਲ ਕੀ ਹੁੰਦੀ ਹੈ, ਨਜ਼ਮ ਕੀ ਹੁੰਦੀ ਹੈ, ਨਾਵਲ ਕੀ ਹੁੰਦਾ, ਡਰਾਮਾ ਕੀ ਹੁੰਦਾ, ਇਨਸ਼ਾਈਆ, ਸਫਰਨਾਮਾ, ਮਾਹੀਆ, ਡੋਲਾ, ਟੱਪਾ, ਲੋਰੀ। ਇਹਦੇ ਵਿੱਚ ਜ਼ਿਆਦਾਤਰ ਬੱਚੋ ਜਿਹੜੇ ਆਉਂਦੇ ਨੇ ਨਾ, ਇੱਕ ਆਉਂਦਾ ਹੁੰਦਾ ਮਾਹੀਆ, ਇੱਕ ਆਉਂਦਾ ਡੋਲਾ ਤੇ ਇੱਕ ਲੋਰੀ। ਲਾਸਟ ਟਾਈਮ ਪੇਪਰ ਦੇ ਵਿੱਚ ਆ ਗਿਆ ਸੀ ਸ਼ਲੂਕ, ਠੀਕ ਹੈ। ਇਹਦੇ ਵਿੱਚ ਤੁਸੀਂ ਇੰਝ ਕਰਨਾ ਹੁੰਦਾ, ਆਵਾਜ਼ ਆ ਰਹੀ ਨਾ ਸਾਰਿਆਂ ਨੂੰ ਯਾਰ? जी सर। ਜੀ ਸਰ ਆ ਰਹੀ ਹੈ ਸਰ। ਇਹਦੇ ਵਿੱਚ ਇੰਝ ਹੁੰਦਾ ਵੇ ਕਿ ਉਹ ਕਹਿ ਦਿੰਦੇ ਨੇ ਕਿ ਸ਼ਲੂਕ ਕੀ ਹੈ ਤੇ ਇਹਦੇ ਤੇ ਵਜ਼ਾਹਤ ਕਰੋ, ਕਾਫੀ ਕੀ ਹੈ ਇਹਦੇ ਤੇ ਵਜ਼ਾਹਤ ਕਰੋ। ਇੱਕ ਤੁਸੀਂ ਚੀਜ਼ ਅਗਰ ਗੌਰ ਕਰੋ, ਇਹ ਲਫ਼ਜ਼ ਲਿਖਿਆ ਸ਼ਲੂਕ, ਠੀਕ ਹੈ, ਤੇ ਇਹ ਲਫ਼ਜ਼ ਲਿਖਿਆ ਕਾਫੀ, ਤੇ ਅਗਰ ਅਸੀਂ ਗੌਰ ਕਰੀਏ ਤੇ ਇਹ ਆ ਗਿਆ, ਇਹ ਵੇਖੋ ਹੈਗਾ ਸ਼ਲੂਕ
फरीदी, शलूक फरीदी, काफिया शाह हुसैनी, सी हरफी। ते मतलब की है कि शलूक ते शायरी बाबा फरीद ने कीती हुई है, काफिया ते जेह्ड़े दूजे साढ़े शायर ने उन्होंने ने कीती हुई है। ठीक है, ते बाकी जेह्ड़े ना मुख्तलिफ किस्म दे इस्तेमाल कीते हुए मुख्तलिफ शायरां ने इन्हां दे थ्रू कीती हुई है। जिवें किसी शायर ने नज़म कीती हुई है, लामा इकबाल नज़म दे शायर सन ते कुछ गज़ल दे शायर सन। इंज ही बाबा फरीद शलूक दे शायर सन। ठीक है, ते बाकी जेह्ड़े हैगे ने साढ़े शायर जेह्ड़े ने हैगे ने जिवें शाह हुसैन साहब काफी दे शायर सन, सुल्तान बाहू सी हरफी दे शायर सन, बुल्ले शाह भी काफी दे शायर सन। इंज ही इन्हां दी वजाहत कीती जाए कि काफी की हुंदा है, शलूक की हुंदा है, गजल की हुंदा है। जिवें गजल दे बारे मशहूर हैगा वे कि हिरन के मुंह से निकलने वाली दर्दनाक आवाज को गजल कहते हैं। जब बंदा बहुत ही गम में परेशान में डूब जाता है तो उसके मुंह से दर्दनाक आवाज निकलने को गजल कहते हैं। इंज ही नावल हैगा, नावल की है ਉਹ ਵੀ ਤੁਹਾਨੂੰ ਸਭ ਨੂੰ ਥੋੜਾ ਬਹੁਤ ਆਈਡੀਆ ਹੋਏਗਾ ਕਿ ਨਾਵਲ ਕੀ। ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿੰਦਾ ਵਾਂ। ਨਾਵਲ ਦੇ ਵਿੱਚ ਇਹ ਹੁੰਦਾ ਵੇ ਕਿ ਕਿਸੇ ਵੀ ਰਾਈਟਰ ਨੇ ਇਹਦੇ ਵਿੱਚ ਜੋ ਕਿ ਮੌਜੂਦਾ ਹਾਲਾਤ ਨੇ ਜਾਂ ਹਾਲਾਤ ਗੁਜ਼ਰ ਚੁੱਕੇ ਨੇ ਉਹਨਾਂ ਦੇ ਬਾਰੇ ਬਿਆਨ ਕੀਤਾ ਹੋਇਆ ਵੇ। ਠੀਕ ਹੈ, ਇੰਜ ਇਨਸ਼ਾਈਆ ਵੀ ਹੈ, ਸਫਰਨਾਮਾ ਵੀ ਹੈ, ਡੋਲਾ ਵੀ ਹੈ, ਲੋਹੜੀ ਵੀ ਹੈ। ਲੋਹੜੀ ਦਾ ਤੁਹਾਨੂੰ ਪਤਾ ਵੀ ਹੋਏਗਾ, ਜਿਹੜੇ ਬੱਚਿਆਂ ਨੂੰ ਸਲਾਮ ਦੇ ਲਈ ਕੀਤੀ ਜਾਂਦੀ ਹੈ। ਟੱਪਾ ਵੀ ਤੁਸੀਂ ਅਗਰ ਤੁਸੀਂ ਪੰਜਾਬ ਤੋਂ ਤਾਲੁਕ ਰੱਖਦੇ ਹੋ ਤੁਹਾਨੂੰ ਟੱਪੇ ਦਾ ਵੀ ਪਤਾ ਹੋਏਗਾ, ਟੱਪਾ ਕੀ ਹੁੰਦਾ ਹੈ। ਅਗਰ ਅੱਲਾਹ ਨਾ ਕਰੇ ਨਹੀਂ ਵੀ ਪਤਾ ਤੇ ਇਨਸ਼ਾਅੱਲਾ ਤੁਹਾਨੂੰ ਜਦੋਂ ਉੱਥੇ ਪਹੁੰਚਾਂਗੇ ਤੁਹਾਨੂੰ ਦੱਸ ਦਿਆਂਗੇ। ਹੁਣ ਇਹ ਵੀ ਹੋ ਗਿਆ, ਤਹਿਕੀਕ ਤਨਕੀਦ ਵੀ ਹੋ ਗਈ, ਨਸਰ ਵੀ ਹੋ ਗਈ, ਲੋਕ ਅਦਬ ਵੀ ਹੋ ਗਏ, ਜਦੀਦ ਸ਼ਾਇਰੀ ਵੀ ਹੋ ਗਈ, ਕਲਾਸਿਕ ਸ਼ਾਇਰੀ ਵੀ ਹੋ ਗਈ। ਹੁਣ ਜ਼ੁਬਾਨ ਤੇ ਆਈ ਜਾਂਦੇ ਆ ਬੱਚੋ। ਇਹ ਸਵਾਲ ਜਿਹੜਾ ਨਾ ਐਗਜ਼ਾਮੀਨਰ ਜਿਹੜਾ ਨਾ ਇਹਦੇ ਵਿੱਚੋਂ ਕੁਛ ਨਾ ਕੁਛ ਜ਼ਰੂਰ ਦਿੰਦਾ ਹੈ, ਲੇਕਿਨ ਮੈਂ ਤੁਹਾਨੂੰ ਇਹ ਸੁਜੈਸਟ ਕਰਾਂਗਾ ਕਿ ਇਹ ਸਵਾਲ ਨੂੰ ਤੁਸੀਂ ਕੋਸ਼ਿਸ਼ ਕਰਨੀ ਇਹਨੂੰ ਅਵੋਇਡ ਕਰਨਾ ਹੈ, ਕਿਉਂਕਿ ਇਹ ਸਵਾਲ ਦੇ ਵਿੱਚ ਨਾ ਕੁਐਸਚਨ ਦੇ ਮਾਰਕਸ ਕੱਟਣ ਦੇ ਨਾ ਜ਼ਿਆਦਾ ਚਾਂਸਸ ਹੁੰਦੇ ਨੇ। ਉਹਦੀ ਵਜ੍ਹਾ ਹੈ ਕਿ ਇਹਦਾ ਟੌਪਿਕ ਤੁਸੀਂ ਅਗਰ ਗੌਰ ਕਰੋ, ਪੰਜਾਬੀ ਬੋਲ ਦਾ ਪਿਛੋਕੜ, ਯਾਨੀ ਕਿ ਪੰਜਾਬੀ ਜ਼ੁਬਾਨ ਕਿੱਥੋਂ ਨਿਕਲੀ ਸੀ। ਪੰਜਾਬੀ ਜ਼ੁਬਾਨ ਨੂੰ ਤੁਸੀਂ ਬੜਾ ਸੁਣਿਆ ਹੈਗਾ, ਮਸ਼ਹੂਰ ਗੱਲ ਹੈਗੀ ਹੈ ਕਿ ਉਰਦੂ ਜਿਹੜੀ ਹੈ ਲਸ਼ਕਰੀ ਜ਼ੁਬਾਨ ਦਾ ਲਫ਼ਜ਼ ਹੈ। ਉਰਦੂ ਮਿਕਸਰ ਹੈਗਾ ਤਰਕਿਸ਼ ਦਾ, ਟਰਕੀ ਦਾ, ਠੀਕ ਹੈ, ਫਾਰਸੀ ਦਾ, ਤੇ ਦੋ ਚਾਰ ਚੰਦ ਜ਼ੁਬਾਨਾਂ, ਲਤੀਨੀ ਜ਼ੁਬਾਨ ਵੀ ਉਰਦੂ ਇਸਮਾਈ ਤੇ ਉਰਦੂ ਬਣੀ ਸੀ। ਠੀਕ ਹੈ, ਇੰਜ ਪੰਜਾਬੀ ਜ਼ੁਬਾਨ ਦਾ ਵਜੂਦ ਕਿੱਥੋਂ ਆਇਆ। ਪੰਜਾਬੀ ਜ਼ੁਬਾਨ ਦਾ ਵਜੂਦ ਮੁਖਤਲਿਫ ਜ਼ੁਬਾਨਾਂ ਦੇ ਨਾਲ ਵਿੱਚ ਆਇਆ। ਇਹਨਾਂ ਚ ਅੰਗਰੇਜ਼ੀ ਵੀ ਸ਼ਾਮਲ ਸੀ, ਉਰਦੂ ਵੀ ਸ਼ਾਮਲ ਸੀ, ਲਾਤੀਨੀ ਵੀ ਸ਼ਾਮਲ ਸੀ, ਸਭ ਕੁਝ ਸ਼ਾਮਲ ਸੀ। ਲੇਕਿਨ ਬਾਜ਼ੂਕਾਤ ਰਾਈਟਰ ਹਰ ਚੂੰਕਿ ਇਹ ਕਿਤਾਬ ਜਿਹੜਾ ਕਿ ਟੌਪਿਕ ਹੈ ਪੰਜਾਬੀ ਬੋਲੀ ਦਾ ਪਿਛੋਕੜ, ਇਹ ਮੁਖਤਲਿਫ ਰਾਈਟਰਸ ਨੇ ਮੁਖਤਲਿਫ ਅੰਦਾਜ਼ ਨਾਲ ਬਿਆਨ ਕੀਤਾ ਤੇ ਕਲੈਸ਼ਿਸ ਆ ਜਾਂਦੇ ਨੇ। ਠੀਕ ਹੈ, ਲੇਕਿਨ ਅਸੀਂ ਕਰਨਾ ਮੁਹੰਮਦ ਆਸਫ ਖਾਨ ਸਾਹਿਬ ਨੂੰ ਕਿ ਮੁਹੰਮਦ ਆਸਫ ਖਾਨ ਸਾਹਿਬ ਨੇ ਕਿਸ ਤਰ੍ਹਾਂ ਇਹਨੂੰ ਬਿਆਨ ਕੀਤਾ ਹੈ। ਇਸ ਲਈ ਕਲੈਸ਼ਿਸ ਦੀਆਂ ਤੋਂ ਕੁਐਸਚਨ ਨੂੰ ਅਵੋਇਡ ਕਰਨਾ ਚਾਹੀਦਾ ਵੇ। ਬਾਕੀ ਪੰਜਾਬੀ ਲਸਾਨੀਆਤ ਵੀ ਇੰਝ ਹੀ ਹੈ ਕਿ ਪੰਜਾਬੀ ਜ਼ੁਬਾਨ ਲਸਾਨੀਆਤ ਤੋਂ ਮੁਰਾਦ ਨੇ ਲਹਿਜੇ। ਪੰਜਾਬੀ ਜ਼ੁਬਾਨ ਦੇ ਕਿੰਨੇ ਕੁ ਲਹਿਜੇ ਹੁੰਦੇ ਨੇ, ਜਿਵੇਂ ਤੁਸੀਂ ਸੁਣਿਆ ਹੈਗਾ ਪੋਟੋਹਾਰੀ ਲਹਿਜਾ, ਸਰਾਇਕੀ ਲਹਿਜਾ, ਤੁਹਾਡੇ ਵਿੱਚੋਂ ਹੋਣਗੇ ਵੀ ਬੜੇ, ਸਰਾਇਕੀ ਵੀ ਹੋਣਗੇ, ਪੋਟੋਹਾਰੀ ਵੀ ਹੋਣਗੇ। ਇੰਝ ਹੀ ਪੰਜਾਬੀ ਜ਼ੁਬਾਨ ਦੇ ਚੰਦ ਲਹਿਜੇ ਹੋਰ ਹੁੰਦੇ ਨੇ। ਤੇ ਲਹਿਜਿਆਂ ਦੇ ਬਾਰੇ ਡਿਸਕਸ ਕੀਤਾ ਗਿਆ ਡਾਕਟਰ ਸ਼ਹਿਬਾਜ਼ ਮਲਿਕ ਸਾਹਿਬ ਨੇ, ਤੇ ਅਸੀਂ ਉਹਨੂੰ ਉਸ ਹਿਸਾਬ ਨਾਲ ਲੈ ਕੇ ਚੱਲਣਾ ਹੈ। ਪੰਜਾਬੀ ਅਦਬ ਦੀ ਕਹਾਣੀ ਅਬਦੁਲ ਗਫੂਰ ਕੁਰੈਸ਼ੀ ਸਾਹਿਬ ਨੇ, ਯਾਨੀ ਕਿ ਪੰਜਾਬੀ ਅਦਬ ਕਿੱਥੋਂ ਆਇਆ। ਪੰਜਾਬੀ ਅਦਬ ਤੋਂ ਮੁਰਾਦ ਪੰਜਾਬੀ ਸ਼ਾਇਰੀ ਵੀ ਹੁੰਦੀ ਹੈ। ਠੀਕ ਹੈ, ਪੰਜਾਬੀ ਦੇ ਵਿੱਚ ਜਦੀਦ ਸ਼ਾਇਰੀ ਵੀ ਆਈ ਜਾਂਦੀ ਤੇ ਗਜ਼ਲ ਵੀ ਆਈ ਜਾਂਦੀ ਹੈ। ਕਿਸ ਸ਼ਾਇਰ ਦਾ ਕੀ ਕਿਸੇ ਟੌਪਿਕ ਨੂੰ ਬਿਆਨ ਕਰਨ ਦਾ ਕੀ ਪਰਪਸ ਹੁੰਦਾ ਵੇ, ਉਹਦੇ ਚ ਹੁੰਦਾ ਵੇ। ਇਹਨਾਂ ਚੋਂ ਤਿੰਨਾਂ ਦੇ ਵਿੱਚੋਂ ਇੱਕ ਤੁਹਾਨੂੰ ਆਏਗਾ ਲਾਜ਼ਮੀ ਆਉਂਦਾ ਹੁੰਦਾ ਵੇ, ਲੇਕਿਨ ਜ਼ਿਆਦਾ ਸਭ ਤੋਂ ਆ ਚੁੱਕੇ ਨਾ 70 to 80% ਆਉਂਦਾ ਹੁੰਦਾ ਹੈ ਪੰਜਾਬੀ ਬੋਲੀ ਦਾ ਪਿਛੋਕੜ ਮੁਹੰਮਦ ਆਸਫ ਖਾਨ ਸਾਹਿਬ ਦੇ ਜਿਹੜਾ ਨਾ ਆਉਂਦਾ ਹੁੰਦਾ ਹੈ। ਜ਼ਿਆਦਾਤਰ ਮਸ਼ਹੂਰ ਕੁਐਸਚਨ ਹੈਗਾ। ਠੀਕ ਹੈ ਬੱਚੋ, ਮੈਂ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਹੈ ਤੇ ਮੈਂ ਪੁੱਛੋ ਤੁਹਾਨੂੰ ਇੱਥੋਂ ਜਿਹੜਾ ਹੈਗਾ ਵੇ ਕੋਰਸ ਕੰਟੈਂਟ ਹੈਗਾ ਇਹਦੇ ਚੋਂ ਕਿਸ ਕਿਸਮ ਦਾ ਯਾਨੀ ਕਿ ਕੋਈ ਚੀਜ਼ ਨਹੀਂ ਸਮਝ ਆਈ, ਕੋਈ ਸਵਾਲ ਹੈ ਤੇ ਮੈਨੂੰ ਪੁੱਛ ਸਕਦੇ ਤੁਸੀਂ, ਕਿਉਂਕਿ ਯਾਰ ਇਹੋ ਜਿਹੀ ਚੀਜ਼ ਅਸੀਂ ਨਾਲ ਲੈ ਕੇ ਚੱਲਣਾ, ਰੋਜ਼ ਦਾ ਕੰਮ ਅਸੀਂ ਰੋਜ਼ ਕਰਾਂਗੇ। ਠੀਕ ਹੈ, अच्छा सर ਫਿਰ ਮੈਂ एक ਤੁਹਾਨੂੰ सवाल है ਕਿਤਾਬਾਂ ਦਾ ਵੀ ਦੱਸਣਾ ਕਿ जी जी सर ये पीएमएस पंजाबी का सिलेबस इससे मुख्तलिफ है, क्या वो भी शुरू हाँ हो जी सकता बेटा, है इस तरह के वो भी शुरू होगा या वो मैं पहले सीएसएस होगा बाद में पीएमएस? ਤੁਹਾਨੂੰ ਦੱਸਣਾ ਬੇਟਾ, ਪੰਜਾਬੀ ਜ਼ੁਬਾਨ ਦਾ ਜਿਹੜਾ ਪੀਐਮਐਸ ਦਾ ਪ੍ਰੋਵਿੰਸ਼ੀਅਲ ਮੈਨੇਜਮੈਂਟ ਸਰਵਿਸ ਦਾ ਪੇਪਰ ਹੈ ਨਾ, ਉਹ ਪੇਪਰ 200 ਨੰਬਰ ਦਾ ਹੁੰਦਾ ਵੇ। ਠੀਕ ਹੈ, ਪੰਜਾਬੀ 200 ਨੰਬਰ ਦਿੰਦੀ ਹੈ। ਜੇ ਤੁਸੀਂ ਇਹ ਸੀਐਸਐਸ ਵਾਲੀ ਪੰਜਾਬੀ ਕਰ ਲੈਂਦੇ ਹੋ ਨਾ, ਤੇ ਇਹਦਾ ਮਤਲਬ ਹੈ ਕਿ ਤੁਹਾਡਾ ਪੇਪਰ 1 ਜਿਹੜਾ ਨਾ ਪੰਜਾਬੀ ਦਾ 100 ਮਾਰਕਸ ਦਾ ਉਹ ਤਿਆਰ ਹੋ ਜਾਂਦਾ ਵੇ। ਜਿਹੜਾ ਪੇਪਰ 2 ਹੈ ਨਾ ਪੰਜਾਬੀ ਦਾ ਪੀਐਮਐਸ ਦਾ, ਕਿਉਂਕਿ ਪੰਜਾਬੀ 200 ਮਾਰਕਸ ਦੀ ਹੈ ਨਾ, ਜਿਹੜਾ ਪੇਪਰ 2 ਹੈ ਨਾ ਉਹਦੇ ਵਿੱਚ ਤੁਹਾਨੂੰ ਕੁਝ ਚੀਜ਼ਾਂ ਉਹ ਤਿਆਰ ਕਰਨੀਆਂ ਪੈਣਗੀਆਂ। ਮਿਸਾਲ ਦੇ ਤੌਰ ਤੇ ਪੰਜਾਬੀ ਦੇ ਵਿੱਚ ਮਸ਼ਹੂਰ ਹੈਗੀਆਂ ਵਾੜਾਂ, ਯਾਨੀ ਕਿ ਜਦੋਂ ਅੰਗਰੇਜ਼ਾਂ ਤੋਂ ਆਉਣ ਤੋਂ ਪਹਿਲੇ ਪੰਜਾਬ ਦੇ ਵਿੱਚ ਨਾ ਵਾੜਾਂ, ਯਾਨੀ ਵਾੜ ਦਾ ਮਤਲਬ ਜੰਗ,
ਇੰਗਲਿਸ਼ ਦਾ ਵਰਡ ਹੈਗਾ ਨਾ ਵਾਰ, ਜੰਗ ਜਿਹੜੀ ਹੋਈ ਸੀ, ਜੰਗਾਂ ਦੇ ਬਾਰੇ ਲਿਖਿਆ ਗਿਆ ਹੈ ਪੀਐਮਐਸ ਦਾ। ਹੈ ਪੀਐਮਐਸ ਦਾ ਅਗਰ ਤੁਸੀਂ ਕਰੋਗੇ ਤਾਂ ਉਹ ਅੱਲਾ ਦਾ ਤਿਆਰ ਕੀਤਾ ਜਾਂਦਾ ਹੈਗਾ ਵੇ, ਇੰਨਾ ਤੰਗ ਨਹੀਂ ਕਰਦਾ। ਪੇਪਰ 1 ਤੁਹਾਨੂੰ ਤਿਆਰ ਹੋ ਜਾਂਦਾ ਨਾ ਬੇਟਾ, ਤੇ ਇਹਦਾ ਮਤਲਬ ਪੇਪਰ 2 ਤੁਸੀਂ ਆਰਾਮ ਨਾਲ ਤਿਆਰ ਕਰ ਲੈਂਦੇ ਹੈਗੇ। 100 marks Punjabi paper 1 of CSS means that you are preparing the PMS paper 1, ਠੀਕ ਹੈ। PMS ਦਾ ਪੇਪਰ 1 ਤੋਂ ਆਪ ਕੰਪਲੀਟਲੀ ਤਿਆਰ ਹੋ ਜਾਂਦਾ ਵੇ। ਤੇ ਪੇਪਰ 2 ਦੇ ਵਿੱਚ ਇੰਨਾ ਮੁਸ਼ਕਿਲ ਕੋਈ ਕੰਮ ਨਹੀਂ ਹੁੰਦਾ, ਉਹਦੇ ਵਿੱਚ ਹੁੰਦਾ ਵੇ ਕਿ ਪੰਜਾਬੀ ਟੂ ਇੰਗਲਿਸ਼ ਦਾ ਤਰਜਮਾ ਹੁੰਦਾ ਵੇ, ਪੰਜਾਬੀ ਦੇ ਵਿੱਚ ਤੁਸੀਂ ਮਜ਼ਮੂਨ ਲਿਖਣਾ ਹੁੰਦਾ ਵੇ। ਹਾਂ ਅੱਛੀ ਗੱਲ ਯਾਦ ਕਰਾਈ, ਪੰਜਾਬੀ ਦੇ ਵਿੱਚ ਤੁਸੀਂ ਪ੍ਰੈਕਟਿਸ ਵੀ ਕਰਨੀ ਹੈ, ਲਿਖਣ ਦੀ ਵੀ। ਇਮਲਾ ਦੀ ਮਿਸਟੇਕ ਤੁਹਾਡੀ ਨਹੀਂ ਹੋਣੀ ਚਾਹੀਦੀ, ਇਮਲਾ ਦੀ ਮਿਸਟੇਕ ਤੁਹਾਡੇ ਨਾ ਮਾਰਕਸ ਕੱਟ ਲੈਂਦੀ ਹੈ। ਕੋਸ਼ਿਸ਼ ਕਰੋ ਇਮਲਾ ਦੀ ਮਿਸਟੇਕ ਬਿਲकुल नहीं ਤੁਸੀਂ ਕਰਨੀ, ਠੀਕ ਹੈ। और कोई सवाल? सर लेकिन सिलेबस का भी तो फर्क है, मसलन ये जदीद शायरी है और उसके अलावा सर ऊपर जो है वो नसर है, नसर में काफी टॉपिक्स जो सीएसएस में है वो पीएमएस में नहीं शो, वो सिलेबस में ये शो बच्चा यही है, मैं आपको बताता हूँ। जैसे अगर आप क्लासिक शायरी में पीएमएस की पंजाबी की बात करो ना, उसमें आपका ना ये ਪੰਜਾਬੀ ਜ਼ੁਬਾਨ ਜਿਹੜਾ ਪੀਐਮਐਸ ਦਾ ਪੇਪਰ ਹੈ ਨਾ, ਉਹ ਇੱਕ ਡਿਫਰੈਂਟ ਚੀਜ਼ ਹੈਗੀ, ਉਹਦੇ 'ਚ ਇੰਨਾ ਮੁਸ਼ਕਿਲ ਨਹੀਂ ਹੁੰਦਾ। ਅਗਰ ਤੁਹਾਨੂੰ ਸੀਐਸਐਸ ਦੀ ਪੰਜਾਬੀ ਆਰਾਮ ਨਾਲ ਆ ਜਾਂਦੀ ਹੈ, ਤੁਸੀਂ ਕਰ ਲੈਂਦੇ ਹੋ ਤਿਆਰ, ਡੈਫੀਨਿਟਲੀ ਕਰ ਲੈ। ਤੁਸੀਂ ਮੌਕਸ ਤੁਹਾਡੇ ਕੋਲ ਲਵਾਂਗੇ, ਤੁਸੀਂ ਮੌਕਸ ਦਿਓਗੇ, ਅੱਛਾ ਸਕੋਰ ਕਰੋਗੇ। ਇਹਦੀ ਮੇਨ ਚੀਜ਼ ਡਿਪੈਂਡ ਕਰਦੀ ਇਮਲਾ ਦੇ ਉੱਤੇ। ਪੰਜਾਬੀ ਜ਼ੁਬਾਨ ਆਮ ਤੌਰ ਤੇ ਬੰਦਾ ਜਿਹਨੂੰ ਉਰਦੂ ਆਉਂਦੀ ਹੈ, ਉਰਦੂ ਲਿਖਣੀ ਆਉਂਦੀ ਹੈ, ਉਹ ਲਿਖ ਤੇ ਲੈਂਦਾ ਵੇ, ਠੀਕ ਹੈ। ਲੇਕਿਨ ਕੁਝ ਮਿਸਟੇਕਸ ਐਸੀਆਂ ਹੁੰਦੀਆਂ ਨੇ ਕਿ ਜਿਹੜੀਆਂ ਤੁਹਾਨੂੰ ਨਹੀਂ ਸਮਝ ਆਉਂਦੀਆਂ ਹੈਗੀਆਂ, ਕਿ ਤੁਸੀਂ ਠੀਕ ਪੰਜਾਬੀ ਦੇ ਵਿੱਚ ਥੋੜਾ ਜਿਹਾ ਫਰਕ ਹੁੰਦਾ ਹੁੰਦਾ। ਅਗਰ ਤੁਹਾਡੀ ਇਮਲਾ ਠੀਕ ਹੈ ਨਾ, ਤੇ ਪੀਐਮਐਸ ਦਾ ਪੇਪਰ 2 ਵੀ ਨਿਕਲ ਜਾਂਦਾ ਵੇ। ਉਹਦੀ ਵਜ੍ਹਾ ਐ ਵੇ, ਤੁਸੀਂ ਜਦੋਂ ਇੰਗਲਿਸ਼ ਤੋਂ ਪੰਜਾਬੀ ਤਰਜਮਾ ਕਰਨਾ ਹੁੰਦਾ ਵੇ, ਬਾਜ਼ੂ ਕਾ ਤੋਂ ਪੰਜਾਬੀ ਤੋਂ ਇੰਗਲਿਸ਼ ਵੀ ਦੇ ਦਿੰਦਾ ਹੁੰਦਾ ਵੇ, ਠੀਕ ਹੈ। ਉਸ ਤੋਂ ਇਲਾਵਾ ਮਜ਼ਮੂਨ ਲਿਖਣ ਦਾ ਵੀ ਹੁੰਦਾ ਵੇ, ਦੋ ਚਾਰ ਵਾੜਾ ਨੇ ਉਹਦਾ ਵੀ ਜ਼ਿਕਰ ਕਰਦਾ ਵੇ, ਤੇ ਤੁਸੀਂ ਕਰਨਾ ਹੁੰਦਾ ਵੇ। ਖੈਰ ਉਹ ਅਲੱਗ ਟੌਪਿਕ ਆਈ ਨਾ, ਮੈਂ ਤੁਹਾਨੂੰ ਸੀਐਸਐਸ ਦੱਸਣ ਦੇ ਆਸਾਂ, ਤੇ ਮੇਰੀ ਡਿਊਟੀ ਸੀਐਸਐਸ ਦੀ ਕਰ ਸੀ, ਲੇਕਿਨ ਫਿਰ ਵੀ ਤੁਸੀਂ ਪੀਐਮਐਸ ਦਾ ਪੁੱਛਿਆ ਤੇ ਮੈਂ ਤੁਹਾਨੂੰ ਦੱਸ ਦਿੱਤਾ। ਤੇ ਜੇ ਮੈਨੂੰ ਕਹਿਣਗੇ ਤੇ ਮੈਂ ਇਨਸ਼ਾਅੱਲਾ ਤੁਹਾਨੂੰ ਪੀਐਮਐਸ ਦਾ ਵੀ ਤਿਆਰ ਕਰਵਾ ਦਾਂਗਾ। सर एक सवाल है, अफसाना, नॉवल, ड्रामा, इंशाइया, चारों में फर्क क्या है वन लाइनर में? हाँ मैं बताता हूँ बेटा, जो ड्रामा है ना, बेसिकली ड्रामा की मुख्तलिफ इकसामां होंदियां ने। ड्रामा ਅਸੀਂ ਕਹਿ ਸਕਦੇ ਹਾਂ ਕਿ ਸਟੇਟ ਡਰਾਮਾ ਹੁੰਦਾ ਵੇ, ਜਿਵੇਂ ਪਰਫਾਰਮ ਕਰਕੇ ਤੁਸੀਂ ਅਗਲੇ ਬੰਦੇ ਨੂੰ ਯਕੀਨ ਦਿਲਾਣਾ ਹੁੰਦਾ ਵੇ ਕਿ ਇਹ ਚੀਜ਼ਾਂ ਜਿਹੜੀਆਂ ਨਾ ਹੈਪਨ ਹੋ ਸਕਦੀਆਂ, ਲੇਕਿਨ ਇਹਨਾਂ ਦਾ ਤਾਲੁਕ ਜਿਹੜਾ ਨਾ ਆਮ ਜਿਹੜਾ ਰੋਜ਼ਮਰਾ ਜ਼ਿੰਦਗੀ ਤੱਕ ਨਹੀਂ ਹੁੰਦਾ ਹੈਗਾ, ਠੀਕ ਹੈ। ਹੁਣ ਜਿਹੜਾ ਅਫਸਾਨਾ ਵੇ, ਅਫਸਾਨਾ ਤੁਸੀਂ ਅਗਰ ਗੌਰ ਕਰੋ ਤੇ ਅਫਸਾਨਾ ਦਾ ਮਤਲਬ ਹੁੰਦਾ ਕਹਾਣੀ। ਕਹਾਣੀ ਤੁਹਾਡੀ ਰਿਐਲਿਟੀ ਵੀ ਹੋ ਸਕਦੀ ਹੈ ਤੇ ਨੌਨ ਰਿਐਲਿਟੀ ਤੇ ਵੀ ਹੋ ਸਕਦੀ ਹੈ। ਹੁਣ ਜਿਵੇਂ ਡਰਾਮਾ ਜਿਹੜਾ ਇੱਕ ਡਰਾਮਾ ਤੌਰ ਹੁੰਦਾ ਵੇ, ਇਹਦਾ ਤਾਲੁਕ ਹਕੀਕੀ ਦੁਨੀਆ ਤੋਂ ਨਹੀਂ ਹੁੰਦਾ, ਲੇਕਿਨ ਅਫਸਾਨੇ ਦਾ ਤਾਲੁਕ ਤੁਹਾਡਾ ਰੀਅਲ ਰਿਐਲਿਟੀ ਦੇ ਵਿੱਚ ਹੋ ਸਕਦਾ ਵੇ, ਠੀਕ ਹੈ। ਹੋਰ ਤੁਸੀਂ ਕਿੰਦਾ ਪੁੱਛਿਆ? ਇਨਸ਼ਾਈਆ ਦਾ। ਇਨਸ਼ਾਈਆ ਜਿਹੜਾ ਨਾ ਇਹਨਾਂ ਦੋਵਾਂ ਤੋਂ ਹਟ ਕੇ ਹੁੰਦਾ ਵੇ। ਇਨਸ਼ਾਈਆ ਤੋਂ ਮੁਰਾਦ ਹੈ, ਇਨਸ਼ਾਈਆ ਦੇ ਵਿੱਚ ਛੋਟੀ ਛੋਟੀਆਂ ਕਹਾਣੀਆਂ ਵੀ ਆ ਜਾਂਦੀਆਂ ਨੇ, ਜਿਵੇਂ ਤੁਸੀਂ ਤੁਹਾਨੂੰ ਯਾਦ ਹੋਏਗਾ ਤੇ ਮੈਂ ਤੁਹਾਨੂੰ ਦੱਸਿਆ ਸੀ ਨਵਾਜ਼ ਦੀਆਂ ਕਹਾਣੀਆਂ ਜਿਹੜੀਆਂ ਹੈਗੀਆਂ ਨੇ, ਉਸ ਕਹਾਣੀਆਂ ਦੇ ਵਿੱਚ ਰੋਜ਼ਮਰਾ ਜ਼ਿੰਦਗੀ ਦੇ ਮਸਾਇਲ ਨੂੰ ਛੋਟੇ ਛੋਟੇ ਤਰਕੀਬਾਂ ਨਾਲ ਬਿਆਨ ਕੀਤਾ ਗਿਆ ਹੋਏਗਾ। ਮਸਲਨ ਦੀ ਮਿਸਾਲ ਦੇ ਤੌਰ ਤੇ ਹੁੱਕੇ ਦੇ ਵਿੱਚ ਜਿਹੜਾ ਇਨਸਾਨ ਹੁੰਦਾ, ਹੁੱਕਾ ਪੀਂਦਾ ਹੁੰਦਾ, ਉਹਨੂੰ ਇੱਕਦਮ ਹੁੱਕਾ ਪੀਂਦੇ ਫੇਫੜੇ ਖਰਾਬ ਹੋਣ ਲੱਗ ਜਾਂਦੇ ਨੇ ਤੇ ਉਹ ਮਰ ਜਾਂਦਾ ਵੇ। ਯਾਨੀ ਕਿ ਇਹਦੇ ਚ ਲੈਸਨ ਦਿੱਤਾ ਗਿਆ ਵੇ ਕਿ ਤੁਸੀਂ ਜਿਹੜਾ ਨਾ ਸਮੋਕਿੰਗ ਇੰਜੂਰੀਅਸ, ਯਾਨੀ ਕਿ ਤੁਸੀਂ ਹੁੱਕੇ ਤੋਂ ਦੂਰ ਰਹਿਣਾ। ਉਸ ਤੋਂ ਇਲਾਵਾ ਨਾਈ ਦਾ ਨਾਮ ਹੈਗਾ। ਇੰਝ ਛੋਟੀ ਛੋਟੀ ਕਹਾਣੀਆਂ ਦੇ ਨਾਲ ਜਿਹੜਾ ਨਾ ਮਿਸਾਲਾਂ ਦਿੱਤੀਆਂ ਗਈਆਂ ਨੇ ਕਿ ਤੁਸੀਂ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਜਿਹੜੇ ਮਸਾਇਲ ਆਉਂਦੇ ਨੇ, ਤੁਸੀਂ ਉਸ ਤੋਂ ਕਿੰਝ ਦਰਗੁਜ਼ਰ ਕਰਨਾ ਹੈਗਾ ਵੇ, ਤੁਹਾਨੂੰ ਲੈਸਨ ਦੇ ਦਿੱਤੇ ਗਏ ਨੇ, ਠੀਕ ਹੈ। ਹੋਰ ਕੋਈ ਸਵਾਲ? ਦੇਖੋ ਬੱਚੋ, ਪੁੱਛੋਗੇ ਤਾਂ ਤੁਹਾਡਾ ਨੌਲੇਜ ਵਧੇਗਾ। ਹੋ ਸਕਦਾ ਕੋਈ ਚੀਜ਼ ਮੈਂ ਨਾ ਦੱਸੀ ਹੋਵੇ, ਤੁਸੀਂ ਪੁੱਛੋਗੇ ਤਾਂ ਮੈਨੂੰ ਯਾਦ ਆ ਜਾਏਗੀ। ਕੋਈ ਬੱਚਾ ਕੋਈ ਵੀ ਕਿਸੇ ਕਿਸਮ ਦਾ ਮਸਲਾ ਟੌਪਿਕ ਦਾ ਕੰਟੈਂਟ ਵਿੱਚ सिलेबस के मुतालिक? सर ये जो पोइट्री होती है, जो श्लोक फरीदिया, ये इनके सर मैक्सिमम बंदा 1 या 2 शेर लाजमी याद करने होते हैं, या इसमें कितने मैक्सिमम या कितने मिनिमम शेर लिख सकते हैं? ना बच्चा, 1-2 शायर नहीं याद करने ਤੁਸੀਂ, 1-2 शेर नहीं याद करने ਤੁਸੀਂ, कम से कम ਤੁਸੀਂ ਇੱਕ ਸ਼ਾਇਰ ਦੇ 6 ਤੋਂ 7 शेर ਤੁਸੀਂ याद करने ਨੇ।
ਬੜੇ ਮਜ਼ੇ ਦੇ ਸ਼ੇਰ ਹੋਣਗੇ, ਮੈਂ ਤੁਹਾਨੂੰ ਡੈਮੋ ਦਿਆਂਗਾ ਤੇ ਤੁਹਾਨੂੰ ਸਮਝ ਆ ਜਾਏਗੀ। ਇਹ ਤੁਸੀਂ ਸ਼ੇਰ ਜਿਹੜੇ ਸਮਝੋ, ਮੈਨੂੰ ਅੱਜ ਵੀ ਯਾਦ ਹੈ ਜਦੋਂ ਮੈਂ ਪੜ੍ਹਨਾ ਹੁੰਦਾ ਸੀ ਤੇ ਮੈਂ ਆਉਂਦੇ ਜਾਂਦੇ ਜਿਹੜਾ ਨਾ ਸ਼ੇਰ ਹੀ ਦੁਹਰਾਉਂਦਾ ਰਹਿੰਦਾ ਸਾਂ, ਕਿਉਂਕਿ ਇਹ ਬਹੁਤ ਮੈਕਸਿਮਮ ਮਾਰਕਸ ਦਿੰਦੀ ਹੈ ਯਾਰ। ਸ਼ੇਰ ਯਾਦ ਕਰਨਾ ਕੋਈ ਮੁਸ਼ਕਿਲ ਕੰਮ ਨਹੀਂ ਗਾ। ਪੰਜਾਬੀ ਦੇ ਸ਼ੇਰ ਜਿਹਨੂੰ ਪੰਜਾਬੀ ਆਉਂਦੀ ਨਾ ਬੋਲਣੀ, ਉਹ ਸ਼ੇਰ ਅੰਦਰ ਸੇ ਯਾਦ ਕਰਨਾ ਕੋਈ ਕੰਮ ਨਹੀਂ ਹੁੰਦਾ। ਇੱਕ ਦੋ ਸ਼ੇਰਾਂ ਨਾਲ ਗੁਜ਼ਾਰਾ ਨਹੀਂ ਹੋਣਾ, 6-7 ਸ਼ੇਰ ਯਾਦ ਕਰਨੇ ਪੈਣਗੇ ਤੁਹਾਨੂੰ ਇੱਕ ਇੱਕ ਸ਼ਾਇਰ ਦੇ। ਠੀਕ ਹੈ ਬੱਚੋ? ओके सर। क्वेश्चन से है मतलब कि आप हम ऐड करना है, किस टाइप का क्वेश्चन होगा और कैसे हम इनको लिखेंगे। हाँ कि मैं ਤੁਹਾਨੂੰ ਡੈਮੋ ਮੈਂ ਤੁਹਾਨੂੰ ਦਿੰਦਾ ਵਾ। ਉਸ ਤੋਂ ਇਲਾਵਾ ਜਿਹੜਾ ਇਹਨੂੰ ਪੰਜਾਬੀ ਦੀ ਕੋਰਸ ਆਊਟਲਾਈਨ ਨੂੰ ਲੈ ਕੇ ਕਿਸੇ ਦੇ ਦਿਲ 'ਚ ਜਾਂ ਜ਼ਿਹਨ 'ਚ ਕੋਈ ਕੁਐਸਚਨ ਹੋਵੇ ਤਾਂ ਪੁੱਛੋ। ਡੈਮੋ ਮੈਂ ਤੁਹਾਨੂੰ ਦੇਣਾ ਵਾ ਯਾਰ, ਲਾਜ਼ਮੀ ਦਿਆਂਗਾ ਕਿ ਸਵਾਲ ਕਿੰਝ ਆਏਗਾ, ਤੁਸੀਂ ਕਿੰਝ ਅਟੈਂਪਟ ਕਰੋਗੇ। ਅਗਰ ਨਹੀਂ ਗਾ ਤੇ ਦੱਸੋ ਯਾਰ, ਫਿਰ 5 ਮਿੰਟ ਜਾਂ 10 ਮਿੰਟ ਦੀ ਬ੍ਰੇਕ ਲੈ ਕੇ ਤੇ ਫਿਰ ਮੈਂ ਤੁਹਾਨੂੰ ਸਵਾਲ ਦਿਖਾਵਾਂ ਕਿ ਕਿਹੋ ਜਿਹਾ ਸਵਾਲ ਆ ਸਕਦਾ ਵੇ, ਕਿ ਡਾਇਰੈਕਟਲੀ ब्रेक लेनी चाहिए कि अच्छी ਤੁਹਾਨੂੰ ਦਿਖਾ दो। अच्छा सर, ये क्लास की टाइमिंग, सर ये क्लास की टाइमिंग क्या हुआ करेगी, पता चले भी फिक्स हो यार हिसाब से। एडमिनिस्ट्रेशन ਦਾ ਐਡਮਿਨ ਜਿਹੜੇ ਨਾ ਐਡਮਿਨ ਸਾਹਿਬ ਤੁਹਾਨੂੰ ਦੱਸ ਦੇਣਗੇ ਕਿ ਕਲਾਸ ਦੀ ਕੀ ਟਾਈਮਿੰਗ ਹੈ। ਅੱਜ ਤਾਂ ਸਰ ਸਿਰਫ ਓਰੀਐਂਟੇਸ਼ਨ ਕਲਾਸ ਹੈਗੀ ਸੀ। ਚਲੋ ਅਲੀ ਭਾਈ ਦਾ ਮੈਸੇਜ ਆਇਆ ਵੇ, ਉਹ ਕਹਿੰਦੇ ਕਿ ਕਲਾਸ ਕੰਟੀਨਿਊ ਰੱਖੋ ਤੇ ਮੈਂ ਤੁਹਾਨੂੰ ਦਿਖਾ ਦੇਣਾ ਵਾ, ਯਾਨੀ ਕਿ ਡੈਮੋ ਤੁਹਾਨੂੰ ਦਿਖਾ ਦੇਣਾ ਵਾ ਕਿ ਸਵਾਲ ਤੁਸੀਂ ਕਿੰਝ ਕਰੋਗੇ। ਚੂੰਕਿ ਮੈਂ ਤੁਹਾਨੂੰ ਦੱਸਿਆ ਸੀ ਬੱਚੋ, ਸਟਾਰਟ ਕਰਾਂ ਕੰਟੀਨਿਊ ਕਰਾਂ? जी सर कंटिन्यू करें सर। ਇਹ ਤੁਹਾਨੂੰ ਜਿਹੜਾ ਮੈਂ ਕੁਐਸਚਨ ਬੱਚੋ ਦਿਖਾਵਾਂਗਾ ਨਾ, ਬੜੇ ਧਿਆਨ ਨਾਲ ਤੁਸੀਂ ਦੇਖਣਾ ਹੈਗਾ ਵੇ, ਠੀਕ ਹੈ? ਤੁਹਾਨੂੰ ਆਈਡੀਆ ਹੋ ਜਾਏਗਾ ਕਿ ਕੀ ਮੈਂ ਲੈ ਕੇ ਚੱਲਣਾ ਤੇ ਕੋਈ ਮੁਸ਼ਕਿਲ ਨਹੀਂ ਯਾਰ। ਪੰਜਾਬੀ ਆਰਾਮ ਨਾਲ ਹੋ ਜਾਂਦੀ ਕਵਰ ਤੁਹਾਨੂੰ। ਪੰਜਾਬੀ ਤੁਹਾਨੂੰ ਐਟਲੀਸਟ ਟੈਨਸ਼ਨ ਲੈਣ ਦੀ ਕੋਈ ਜ਼ਰੂਰਤ ਨਹੀਂ ਹੈਗੀ।